सब तो ਵੱਧ ਅਰਾਜਕਤਾ अगर सोशल मीडिया ਤੇ फैलाई है वो आम आदमी पार्टी ने फैलाई है। सब तो ਵੱਧ ਨੈਗੇਟਿਵ ਕਮੈਂਟ अगर ਕਰਦੇ ਆ ਸਪੈਸ਼ਲੀ ਔਰਤਾਂ ਦੇ ਅਗੇਂਸਟ ਆਮ ਆਦਮੀ ਪਾਰਟੀ ਦੇ ਲੋਕ ਕਰਦੇ ਨੇ। ਤੇ ਕਿਸੇ ਵੀ ਵਿਰੋਧੀ ਧੁਰ ਦੇ ਲਈ ਆਈਟੀ ਸੈੱਲ ਲਈ ਉਹਦੇ ਕਰੈਕਟਰ ਦੀ ਐਲੀਗੇਸ਼ਨ ਜਾਂ ਉਹਨੂੰ ਮੈਂਟਲੀ ਜਿਹੜਾ ਟਾਰਗੇਟ ਵੀ ਉਹਨੂੰ ਦਿਮਾਗੀ ਤੌਰ ਤੇ ਉਹਨੂੰ ਤੇ ਉਹਦੇ ਪਰਿਵਾਰ ਨੂੰ ਤੋੜ ਦਿੱਤਾ ਜਾਏ। ਔਰ ਇਹ ਨਹੀਂ ਦੇਖਦੇ ਕਿ ਉਹ ਕਮੈਂਟਸ ਉਹਦਾ ਬ੍ਰਦਰ ਵੀ ਪੜ੍ਹ ਰਿਹਾ, ਉਹਦਾ ਫਾਦਰ ਵੀ ਪੜ੍ਹ ਰਿਹਾ, ਉਹਦੀ ਮਦਰ ਵੀ ਪੜ੍ਹ ਰਹੀ ਹੈ, ਮਦਰ ਇਨ ਲਾਅ, ਫਾਦਰ ਇਨ ਲਾਅ, ਸਾਰੇ ਫੈਮਿਲੀ ਮੈਂਬਰ ਪੜ੍ਹ ਰਹੇ ਹੁੰਦੇ ਆ। ਤਾਂ ਪੰਜਾਬ ਨੂੰ ਅਸੀਂ ਦਿੱਲੀ ਮਾਡਲ ਦੇ ਅਕੋਰਡਿੰਗ ਤਾਂ ਨਹੀਂ ਨਾ ਚਲਾ ਸਕਦੇ। ਉਹ ਇੱਕ ਇੰਡਸਟਰੀ ਬੇਸਡ ਸੂਬਾ ਹੈ ਦਿੱਲੀ, ਸਾਡਾ ਐਗਰੀਕਲਚਰ ਬੇਸਡ ਹੈ। ਤਾਂ ਉੱਥੇ ਸਾਰਾ ਕੁਝ ਸਾਨੂੰ ਰੈਵਨਿਊ ਜਿਹੜਾ ਇਕੱਠਾ ਹੁੰਦਾ ਉਹ ਫੈਕਟਰੀਜ਼ ਇੰਡਸਟਰੀ ਤੋਂ ਹੁੰਦਾ। ਇੱਥੇ ਸਾਨੂੰ ਐਗਰੀਕਲਚਰ ਤੋਂ ਹੋਣਾ ਹੈਗਾ। ਅਸੀਂ ਬੋਲਦੇ ਸੀ ਤਾਂ ਹੀ ਕਰਕੇ ਅਸੀਂ ਸ਼ਾਇਦ ਉਹਨਾਂ ਨੂੰ ਬਾਗੀ ਲੱਗਣ ਲੱਗ ਗਏ। ਪਰ ਇਹਨਾਂ ਕੋਲੇ ਇੰਨੀ ਕੁ ਤਾਂ ਖੁਦ ਮੁਖਤਿਆਰੀ ਹੈ ਨਾ, ਖੁਦ ਡਿਸੀਜ਼ਨ ਲੈ ਸਕਦੇ ਆ। ਪਰ ਉਹ ਉਧਰ ਸਭ ਕੁਝ ਦਿੱਲੀ ਤੋਂ ਹੋ ਕੇ ਆਉਂਦਾ ਕਿ ਤੁਸੀਂ ਈਵਨ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜਿਹੜੇ ਸਾਡੇ LOP ਸਾਹਿਬ ਮੀਡੀਆ 'ਚ ਬਿਆਨ ਵੀ ਦਿੰਦੇ ਆ ਉਹ ਵੀ ਦਿੱਲੀ ਤੋਂ ਲਿਖ ਕੇ ਆਉਂਦਾ ਸੀ ਵੀ ਤੁਸੀਂ ਇਹ ਚੀਜ਼ ਬੋਲਣੀ ਹੈ, ਕਿਉਂਕਿ ਮੈਂ ਵਿੱਚ ਰਹੀ ਹਾਂ ਸਾਨੂੰ ਪਤਾ ਹੈ। ਉਹ ਵੀ ਉੱਥੋਂ ਲਿਖ ਕੇ ਆਉਂਦਾ ਸੀ ਵੀ ਤੁਸੀਂ ਮੀਡੀਆ 'ਚ ਇਹ ਬੋਲਣਾ ਹੈ। ਇੰਨਾ ਵੀ ਕੌਨਫੀਡੈਂਸ ਨਹੀਂ ਵੀ ਬੰਦਾ ਬੋਲ ਹੀ ਨਹੀਂ ਸਕਦਾ। ਔਰਤ ਲਈ ਰਾਜਨੀਤੀ ਕਿੰਨਾ ਕੁ ਔਖਾ ਕੰਮ ਹੈ? ਜਾਂ MC ਸਾਹਿਬਾਨ ਲੇਡੀਜ਼ ਹੁੰਦੀਆਂ, ਬਟ ਜ਼ਿਆਦਾਤਰ ਮੋਸਟਲੀ ਪਿੰਡਾਂ ਦੇ ਵਿੱਚ ਕੰਮ ਕੌਣ ਕਰ ਰਿਹਾ? ਉਹਨਾਂ ਦੇ ਹਸਬੈਂਡ ਕਰ ਰਹੇ ਨੇ। ਜੀ ਇੱਕ ਨਾਰਾ ਦਿੰਦੇ ਨੇ ਕਿ ਲੜਕੀ ਹੂੰ ਲੜ ਸਕਤੀ ਹੂੰ ਯੂਪੀ ਦੇ ਵਿੱਚ, ਕਿਉਂਕਿ ਬੜਾ ਟਫ ਉੱਥੇ ਵੀ ਉਹਨਾਂ ਦੀ ਫਾਈਟ ਹੈ। ਪਰ ਉਹ 40% ਵਿਮਨ ਵਿਧਾਇਕਾਂ ਨੂੰ ਉੱਥੇ ਟਿਕਟਾਂ ਦਿੱਤੀਆਂ ਗਈਆਂ ਨੇ, ਔਰਤਾਂ ਨੂੰ। ਉਹ ਫਾਰਮੂਲਾ ਪੰਜਾਬ 'ਚ ਕਿਉਂ ਨਹੀਂ ਇੰਪਲੀਮੈਂਟ ਹੋਇਆ? ਦੇਖੋ ਤੁਹਾਡੀ ਗੱਲ ਅੱਛੀ ਹੈ ਕਿ ਲੇਡੀਜ਼ ਨੂੰ ਹੋਰ ਵੀ ਜ਼ਿਆਦਾ ਦੇਣੀਆਂ ਚਾਹੀਦੀਆਂ ਸੀ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਬਟ ਰੂਪੀ, ਤੁਹਾਨੂੰ ਬਠਿੰਡਾ ਦਿਹਾਤੀ ਤੋਂ ਸੀਟ ਮਿਲਦੀ ਹੈ ਤੇ ਸਾਡਾ ਸਰਵੇ ਦੱਸਦਾ ਹੈ ਕਿ ਤੁਸੀਂ 5 ਸਾਲ ਬਹੁਤ ਜ਼ਿਆਦਾ ਉੱਥੇ ਕੰਮ ਨਹੀਂ ਕੀਤਾ, ਵਿਚਰੇ ਨਹੀਂ। ਕਾਰਨ ਖੁਦ ਕਹੀ ਹੈ, ਮੈਂ ਨਹੀਂ ਜਾਣਦੀ ਉਹਨਾਂ ਨੂੰ, ਲੇਡੀ ਨੂੰ। ਕਹਿੰਦੇ ਜੀ ਅੱਜ ਤੱਕ ਕਿਸੇ MLA ਕਿਸੇ MP ਨੇ ਸਾਡਾ ਮੁੱਦਾ ਵਿਧਾਨ ਸਭਾ 'ਚ ਨਹੀਂ ਚੁੱਕਿਆ, ਪਰ ਇੱਕ ਬਠਿੰਡੇ ਦੀ MLA ਹੈ ਰੁਪਿੰਦਰ ਰੂਬੀ, ਉਹਨੇ ਸਾਡੇ ਮੁੱਦੇ ਚੱਕੇ ਹੈ। ਤਾਂ ਕਿੰਨਾ ਚੰਗਾ ਲੱਗਦਾ ਜਦੋਂ ਲੋਕ ਬੋਲਦੇ ਆ ਕਿ ਚੱਕੇ ਹੈ। हस्ती को मोहब्बत में फना कौन करेगा, ये फर्ज अदा मेरे सिवा और कौन करेगा। ए वादा कश न कर ना नसीहत के सब बन जाएंगे नेक, तो फिर खता कौन करेगा। सत श्री अकाल, मैं सतिंदर सत्ती 101 विद सतिंदर सत्ती। और कुछ गल्लां इहो जिहियां जो औरत दीयां भावनावां नूं, औरत दीयां कित्ते नूं ਜਾਂ ਔਰਤ ਦੇ ਪੰਜਾਬ ਦੇ ਵਿੱਚ ਉਸਦੇ ਵਕਾਰ ਨੂੰ ਦਰਸਾਉਂਦੀਆਂ ਨੇ। ਔਰ ਇਸੇ ਲੜੀ ਦੇ ਵਿੱਚ ਅੱਜ ਮੇਰੇ ਨਾਲ ਕਾਂਗਰਸ ਦੀ ਮਲੋਟ ਤੋਂ ਕੰਟੈਸਟੈਂਟ ਰੁਪਿੰਦਰ ਰੂਬੀ। ਸਤਿ ਸ਼੍ਰੀ ਅਕਾਲ ਰੂਬੀ। ਸਤਿ ਸ਼੍ਰੀ ਅਕਾਲ ਮੈਮ। ਕੀ ਹਾਲ ਚਾਲ ਨੇ? ਵਧੀਆ ਜੀ, ਆਲ ਗੁੱਡ। ਕਿਵੇਂ ਚੱਲ ਰਹੀ ਕੈਂਪੇਨ? ਬਹੁਤ ਅੱਛੀ ਚੱਲ ਰਹੀ ਹੈ ਜੀ ਕੈਂਪੇਨਿੰਗ, ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਦਾ। ਰੂਬੀ, ਤੁਸੀਂ ਕਿਉਂਕਿ ਪਿਛਲੇ 5 ਸਾਲ ਵੀ ਰਹੇ ਹੋ ਤੇ ਹੁਣ ਦੋਨਾਂ ਪਾਰਟੀਆਂ ਨਾਲ ਤੁਸੀਂ ਕੰਮ ਕੀਤਾ, ਔਰਤ ਲਈ ਰਾਜਨੀਤੀ ਕਿੰਨਾ ਕੁ ਔਖਾ ਕੰਮ ਹੈ? ਦੇਖੋ ਵੈਸੇ ਤਾਂ ਮੇਰੇ ਫੈਮਿਲੀ ਮੈਂਬਰ ਜਿੰਨੇ ਵੀ ਨੇ ਉਹ ਸਾਰੇ ਹੁਣ ਮੇਰੀ ਸਪੋਰਟ ਕਰ ਰਹੇ ਨੇ। ਈਵਨ ਜਦੋਂ ਮੈਂ ਅਨਮੈਰਿਡ ਸੀ ਉਦੋਂ ਵੀ ਮੇਰੇ ਫਾਦਰ ਸਾਹਿਬ ਨੇ, ਮਦਰ ਨੇ ਬਹੁਤ ਮੇਰੀ ਸਪੋਰਟ ਕੀਤੀ ਹੈ। ਹੁਣ ਇਨ-ਲॉज ਵੀ ਕਰ ਰਹੇ ਨੇ। ਸੋ ਸਾਡੇ ਤਾਂ ਸਪੋਰਟਿਵ ਨੇ, ਪਰ ਮੈਂ ਦੇਖਿਆ ਕਿ ਕਈ ਔਰਤਾਂ ਹੁੰਦੀਆਂ, ਹੁਣ ਜਿਵੇਂ ਆਪਾਂ ਪਿੰਡਾਂ 'ਚ ਦੇਖੀਏ ਜਾਂ ਛੋਟੇ ਸ਼ਹਿਰਾਂ ਦੇ ਵਿੱਚ ਸਰਪੰਚ ਲੇਡੀਜ਼ ਹੁੰਦੀਆਂ ਜਾਂ MC ਸਾਹਿਬਾਨ ਲੇਡੀਜ਼ ਹੁੰਦੀਆਂ, ਬਟ ਜ਼ਿਆਦਾਤਰ ਮੋਸਟਲੀ ਪਿੰਡਾਂ ਦੇ ਵਿੱਚ ਕੰਮ ਕੌਣ ਕਰ ਰਿਹਾ? ਉਹਨਾਂ ਦੇ ਹਸਬੈਂਡ ਕਰ ਰਹੇ ਨੇ। ਮੈਨੂੰ ਲੱਗਦਾ ਸ਼ਾਇਦ ਐਜੂਕੇਸ਼ਨ ਦੀ ਕਮੀ ਕਰਕੇ ਹੋ ਸਕਦਾ, ਜਾਂ ਅਵੇਅਰਨੈਸ ਦੀ ਕਮੀ ਕਰਕੇ, ਜਾਂ ਸ਼ਾਇਦ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਮੇਬੀ ਸ਼ਾਇਦ ਇਹ ਹੋ ਸਕਦੇ ਨੇ ਰੀਜ਼ਨ। ਸੋ ਮੈਂ ਤਾਂ ਚਾਹੁੰਦੀ ਹਾਂ ਕਿ ਔਰਤਾਂ ਵੱਧ ਤੋਂ ਵੱਧ ਇਸ ਫੀਲਡ ਦੇ ਵਿੱਚ ਆਉਣ, ਕਿਉਂਕਿ ਇੱਕ ਔਰਤ ਹੈ ਜਿਹੜੀ ਕਿ ਘਰ ਸੰਭਾਲ ਲੈਂਦੀ ਹੈ, ਤਾਂ ਉਹ ਦੇਸ਼ ਕਿਉਂ ਨਹੀਂ ਸੰਭਾਲ ਸਕਦੀ? ਉਹ ਆਪਦਾ ਸੂਬਾ ਕਿਉਂ ਨਹੀਂ ਸੰਭਾਲ ਸਕਦੀ? ਬਿਲਕੁਲ ਉਹਨਾਂ ਨੂੰ ਪੋਲੀਟਿਕਸ 'ਚ ਆਉਣਾ ਚਾਹੀਦਾ। ਤਾਂ ਮੈਨੂੰ ਲੱਗਦਾ
ਸ਼ਾਇਦ ਉਹਨਾਂ ਨੂੰ ਡੀਮੋਰਲਾਈਜ਼ ਕੀਤਾ ਜਾਂਦਾ ਹੈ ਜਾਂ ਨੈਗੇਟਿਵ ਕਮੈਂਟਸ ਕੀਤੇ ਜਾਂਦੇ, ਕਿਉਂਕਿ ਔਰਤ ਲਈ ਸਭ ਤੋਂ ਵੱਡਾ ਗਹਿਣਾ ਉਹਦਾ ਕਰੈਕਟਰ ਹੁੰਦਾ ਹੈ। ਤੇ ਇਹੋ ਜਿਹੇ ਜਿਹੜੇ ਸਾਡੇ ਸਮਾਜ ਦੇ ਤੱਤਵ ਹੁੰਦੇ ਆ ਨਾ, ਲੋਕ ਹੁੰਦੇ ਆ, ਉਹਨਾਂ ਨੂੰ ਇਹ ਹੁੰਦਾ ਕਿ ਕਮੈਂਟ ਗਲਤ ਕਰੋ। ਈਵਨ ਪੋਲਿਟਿਕਸ ਨਹੀਂ, ਜਦੋਂ ਦੀ ਉਹ ਲੜਕੀ ਵੱਡੀ ਹੋ ਰਹੀ ਹੁੰਦੀ ਹੈ ਨਾ, ਸਕੂਲ 'ਚ, ਫਿਰ ਕਾਲਜ, ਫਿਰ ਯੂਨੀਵਰਸਿਟੀ, ਕੁਝ ਵੀ ਹੈ, ਸਟਾਰਟਿੰਗ ਤੋਂ ਉਸ ਨਾਲ ਸਾਡਾ ਸਮਾਜ ਹੀ ਇੱਦਾਂ ਹੁੰਦਾ ਰਹਿੰਦਾ ਹੈ। ਪਰ ਇੱਕ ਗੱਲ ਤੁਸੀਂ ਮੰਨਦੇ ਹੋ ਕਿ ਜਦੋਂ ਤੁਸੀਂ ਇੱਕ ਪਾਸੇ ਸਾਡਾ ਸਮਾਜ ਕਹਿੰਦਾ ਹੈ ਕਿ ਔਰਤ ਤੇ ਮਰਦ ਬਰਾਬਰ ਨੇ, ਸਾਡੀਆਂ ਧੀਆਂ ਮੁੰਡਿਆਂ ਦੇ ਬਰਾਬਰ ਨੇ, ਇੱਕ ਕੁੜੀ ਰਾਜਨੀਤੀ ਚਾਹੁੰਦੀ ਹੈ ਤੇ ਕਿਸੇ ਵੀ ਵਿਰੋਧੀ ਧਿਰ ਦੇ ਲਈ ਆਈਟੀ ਸੈੱਲ ਲਈ ਉਹਦੇ ਕਰੈਕਟਰ ਦੀ ਐਲੀਗੇਸ਼ਨ ਜਾਂ ਉਹਨੂੰ ਮੈਂਟਲੀ ਜਿਹੜਾ ਟਾਰਗੇਟ ਵੀ ਉਹਨੂੰ ਦਿਮਾਗੀ ਤੌਰ ਤੇ ਉਹਨੂੰ ਤੇ ਉਹਦੇ ਪਰਿਵਾਰ ਨੂੰ ਤੋੜ ਦਿੱਤਾ ਜਾਏ, ਉਹਦੇ 'ਚ ਸਭ ਤੋਂ ਵੱਧ ਨੈਗੇਟਿਵ ਕਮੈਂਟਸ ਤੇ ਇਹੋ ਜਿਹਾ ਰੂਬੀ ਨੂੰ ਫੇਸ ਕਰਨਾ ਪਿਆ। ਬਿਲਕੁਲ ਕਰਨਾ ਪੈਂਦਾ ਜੀ ਸਾਨੂੰ ਵੀ। ਈਵਨ ਮੈਨੂੰ ਲੱਗਦਾ ਸ਼ਾਇਦ ਪੋਲਿਟਿਕਸ ਹੋ ਗਈ ਜਾਂ ਗਲੈਮਰਸ ਵਰਲਡ ਹੋ ਗਿਆ, ਆਪਾਂ ਦੇਖ ਲਈਏ ਹੀਰੋਇਨਸ ਹੋ ਗਈਆਂ, ਇਹਨਾਂ ਨੂੰ ਇਹ ਪ੍ਰੋਫੈਸ਼ਨ ਇਹੋ ਜਿਹਾ, ਪਤਾ ਨਹੀਂ ਕਿਉਂ ਇਹ ਚੀਜ਼ਾਂ ਸਹਿਣ ਕਰਨੀਆਂ ਪੈਂਦੀਆਂ। ਹੁਣ ਲੜਕੀਆਂ ਤਾਂ ਬਹੁਤ ਹਿੰਮਤ ਕਰਕੇ ਬਾਹਰ ਨਿਕਲਦੀਆਂ ਕਿ ਹਾਂ ਅਸੀਂ ਪ੍ਰੋਫੈਸ਼ਨ ਜੁਆਇਨ ਕਰੀਏ, ਕਿੰਨੀ ਹਿੰਮਤ ਕਰਕੇ। ਔਰ ਜਿਹੜੇ ਇਹੋ ਜਿਹੇ ਲੋਕ ਹੁੰਦੇ, ਸ਼ਾਇਦ ਉਹਨਾਂ ਦਾ ਇਹੋ ਜਿਹੀ ਥਿੰਕਿੰਗ ਵਾਲੇ ਹੁੰਦੇ, ਚੀਪ ਥਿੰਕਿੰਗ ਵਾਲੇ ਕਹਿ ਸਕਦੇ ਆ, ਉਹਨਾਂ ਨੂੰ ਇੱਦਾਂ ਹੁੰਦਾ ਕਿ ਇਹ ਇੱਥੋਂ ਤੱਕ ਕਿਉਂ ਪਹੁੰਚ ਗਈ। ਉਹਨਾਂ ਨੂੰ ਜੈਲਸੀ ਹੁੰਦੀ ਹੈ ਵੀ ਅਸੀਂ ਤਾਂ ਪਹੁੰਚ ਨਹੀਂ ਪਾਏ, ਅਸੀਂ ਤਾਂ ਬੈਠੇ ਦੇਖ ਰਹੇ ਹਾਂ, ਚਲੋ ਹੁਣ ਆਪਾਂ ਕਮੈਂਟ ਕਰਦੇ ਹਾਂ ਨੈਗੇਟਿਵ ਵੀ, ਇਹਨੂੰ ਡਾਊਨ ਕਰੀਏ। ਪਰ ਉਹ ਉਹਨਾਂ ਦਾ ਭੁਲੇਖਾ ਹੈ, ਉਹਦੇ ਨਾਲ ਉਹ ਡਾਊਨ ਨਹੀਂ ਹੁੰਦੀ, ਬਲਕਿ ਹੋਰ ਵੀ ਉਤਸ਼ਾਹਤ ਹੁੰਦੀ ਹੈ, ਉਹ ਵੱਧ ਚੜ ਕੇ ਆਉਂਦੀ ਹੈ, ਕਿਉਂਕਿ ਉਹ ਹੋਰ ਅਗਰੈਸਿਵ ਹੋ ਜਾਂਦੀ ਹੈ ਕਿ ਅੱਛਾ ਇਹ ਗੱਲ ਹੈ, ਹੁਣ ਮੈਂ ਇਹ ਕਰਕੇ ਦਿਖਾਊਂਗੀ। ਬਲਕਿ ਉਹਨੂੰ ਉਲਟਾ ਮੋਟੀਵੇਟ ਹੋ ਰਹੀ ਹੁੰਦੀ, ਉਹ ਨੈਗੇਟਿਵ ਕਮੈਂਟ ਨਾ ਉਹ ਥੱਲੇ ਨਹੀਂ ਆ ਰਹੀ ਹੁੰਦੀ, ਜਿੰਨਾ ਮਰਜ਼ੀ ਡੀਮੋਰਲਾਈਜ਼ ਕਰ ਲਓ। ਇਹਨਾਂ ਨੂੰ ਲੱਗਦਾ ਕਿ ਔਰਤ ਦੇ ਕਰੈਕਟਰ ਤੇ ਅਸੀਂ ਕਰਾਂਗੇ, ਔਰ ਇਹ ਨਹੀਂ ਦੇਖਦੇ ਕਿ ਉਹ ਕਮੈਂਟਸ ਉਹਦਾ ਬ੍ਰਦਰ ਵੀ ਪੜ੍ਹ ਰਿਹਾ, ਉਹਦਾ ਫਾਦਰ ਵੀ ਪੜ੍ਹ ਰਿਹਾ, ਉਹਦੀ ਮਦਰ ਵੀ ਪੜ੍ਹ ਰਹੀ ਹੈ, ਮਦਰ ਇਨ ਲਾਅ, ਫਾਦਰ ਇਨ ਲਾਅ, ਸਾਰੇ ਫੈਮਿਲੀ ਮੈਂਬਰ ਪੜ੍ਹ ਰਹੇ ਹੁੰਦੇ ਆ, ਤਾਂ ਕਿਵੇਂ ਫੀਲ ਹੋਊਗਾ। ਔਰ ਇਹ ਜੇ ਉਹਨਾਂ ਦੀ ਕਿਸੇ ਔਰਤ ਨੂੰ, ਧੀ ਭੈਣ ਨੂੰ ਕਹਿ ਦੇਵੇ ਕੋਈ, ਤਾਂ ਬਰਦਾਸ਼ਤ ਨਹੀਂ ਹੋਊਗਾ। ਕਿਉਂਕਿ ਉਹ ਤੁਹਾਡੀ ਆਪਣੀ ਹੈ ਤੇ ਦੂਸਰੀ ਕੁੜੀ ਬਗਾਨੀ ਹੈ। ਸੋ ਇਹੋ ਜਿਹਾ ਕੁਝ ਚੱਲਦਾ ਰਹਿੰਦਾ, ਪਰ ਇਹਦੇ ਨਾਲ ਅਸੀਂ ਡਾਵਾਂਡੋਲ ਹੋਣ ਲੱਗੇ ਨਹੀਂ ਹੈ। ਤੁਹਾਨੂੰ ਲੱਗਦਾ ਕਿ ਰਾਜਨੀਤੀ ਦੇ ਵਿੱਚ ਜਿਹੜਾ ਇੰਬੈਲੈਂਸ ਹੈ, ਮੈਨੂੰ ਇਹ ਲੱਗਦਾ ਕਿ ਅਕਾਲੀ ਦਲ ਕਾਂਗਰਸ ਨੂੰ, ਕਾਂਗਰਸ ਅਕਾਲੀ ਦਲ ਨੂੰ, ਆਮ ਆਦਮੀ ਪਾਰਟੀ ਅਕਾਲੀ, ਮਤਲਬ ਆਪਸ ਵਿੱਚ ਜਿਹੜੀ ਖਾਸ ਤੌਰ ਤੇ ਅੱਪਰ ਲੈਵਲ ਦੇ ਉੱਤੇ ਖਿੱਚਾਤਾਨ ਹੋ ਰਹੀ ਹੈ ਇੱਕ ਦੂਜੇ ਦੇ ਅਗੇਂਸਟ, ਪ੍ਰੈਸ ਕਾਨਫਰੰਸਿਸ, ਔਰ ਪੂਰੇ ਸੂਬੇ ਦਾ ਮਾਹੌਲ ਇੱਕ ਅਜੀਬ ਜਿਹਾ ਮਾਹੌਲ ਬਣ ਗਿਆ ਕਿ ਰਾਜਨੀਤੀ ਪਰਸਨਲ ਅਟੈਕਸ ਹੋ ਗਏ ਨੇ, ਕਿ ਪਰਸਨਲ ਅਟੈਕਸ ਕਿਵੇਂ ਕਰਨੇ। ਤੁਹਾਨੂੰ ਲੱਗਦਾ ਕਿ ਅਗਰ ਔਰਤਾਂ 50% ਵਿਧਾਨ ਸਭਾ ਚਾਹੁੰਦੀਆਂ ਨੇ, ਜਾਂ ਵਿਮਨ ਵੋਟਰ ਜਿਹੜੀ ਸਾਡੀ 50%, ਅਗਰ ਔਰਤ ਇਸ ਦੇ ਪ੍ਰਤੀ ਸੁਚੇਤ ਹੁੰਦੀ ਹੈ ਕਿ ਮੈਂ ਇਹ ਖਲਾਰਾ ਨਹੀਂ ਪੈਣ ਦੇਣਾ ਔਰ ਅਸੀਂ ਆਪਣੇ ਸਮਾਜ 'ਚ ਇੱਕ ਵਧੀਆ ਸਿਸਟਮ ਬਣਾਉਣਾ, ਤੇ ਤੁਹਾਨੂੰ ਲੱਗਦਾ ਬਦਲਾਵ ਆ ਸਕਦਾ? ਬਿਲਕੁਲ ਆ ਸਕਦਾ ਜੀ। ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਔਰਤ ਜਦੋਂ ਘਰ ਇੰਨਾ ਅੱਛਾ ਚਲਾ ਸਕਦੀ ਹੈ, ਤਾਂ ਇਹ ਸੂਬਾ ਕਿਉਂ ਨਹੀਂ, ਇਹ ਦੇਸ਼ ਕਿਉਂ ਨਹੀਂ। ਹੁਣ ਤੁਸੀਂ ਕਿਹਾ ਸੀਗਾ ਕਿ ਆਪਾਂ ਪਰਸਨਲ ਹੋ ਜਾਂਦੇ ਰਾਜਨੀਤੀ ਦੇ ਵਿੱਚ, ਸਤੀ ਜੀ, ਤਾਂ ਮੈਨੂੰ ਲੱਗਦਾ ਰਾਜਨੀਤੀ ਦੇ ਵਿੱਚ ਪਰਸਨਲ ਨਹੀਂ ਹੋਣਾ ਚਾਹੀਦਾ। ਤੁਸੀਂ ਮੁੱਦਿਆਂ ਦੀ ਰਾਜਨੀਤੀ ਕਰੋ, ਅਸੀਂ ਆਪਣਾ ਕੰਮ, ਠੀਕ ਹੈ। ਉਹਨਾਂ ਦੀ ਪਹਿਲਾਂ ਗਵਰਨਮੈਂਟ ਸੀ ਜੀ, ਉਹਨਾਂ ਨੇ ਅੱਛਾ ਕੰਮ ਨਹੀਂ ਕੀਤਾ, ਉਹ ਮੁੱਦਾ ਹੈ, ਠੀਕ ਹੈ। ਤੁਸੀਂ ਵਿਰੋਧੀ ਧਿਰ ਹੋ ਜਾਂ ਆਪਾਂ ਦੂਸਰੀ ਪਾਰਟੀਆਂ ਦਾ, ਆਪਾਂ ਕਰਨਾ ਉਹਨਾਂ ਦਾ ਵਿਰੋਧ, ਪਰ ਪੋਲੀਟੀਕਲ ਵਿਰੋਧ ਹੋਣਾ ਚਾਹੀਦਾ, ਬਜਾਏ ਇਸ ਦੇ ਕਿ ਅਸੀਂ ਪਰਸਨਲ ਕਿਸੇ ਤੇ ਚਿੱਕੜ ਛਿੱਟੀ। ਉਹ ਪਰਸਨਲ ਨਹੀਂ ਹੋਣਾ ਚਾਹੀਦਾ। ਆਖਰਕਾਰ ਅਸੀਂ ਰਹਿੰਦੇ ਤਾਂ ਇਸ ਸਮਾਜ 'ਚ ਹੀ ਹੈ ਨਾ। ਹੋ ਸਕਦਾ ਸਾਡੀ ਪਾਰਟੀ ਅਲੱਗ-ਅਲੱਗ ਹੈ, ਸਾਡੀ ਵਿਚਾਰਧਾਰਾ ਅਲੱਗ-ਅਲੱਗ ਹੈ, ਪਰ ਹੈ ਤਾਂ ਅਸੀਂ ਇੱਕੋ ਸਮਾਜ ਦਾ ਹਿੱਸਾ, ਇੱਕ ਦੂਜੇ ਨੂੰ ਫੇਸ ਵੀ ਕਰਨਾ ਹੈ। ਸੱਤੀ ਜੀ, ਮੇਰਾ ਮੰਨਣਾ ਇਹ ਹੈ ਕਿ ਕਦੇ ਕਿਸੇ ਨੂੰ ਇੰਨਾ ਗਲਤ ਨਾ ਬੋਲੋ ਕਿ ਜੋ ਤੁਸੀਂ ਆਮਣੇ ਸਾਹਮਣੇ ਹੋ ਨਾ, ਤੁਸੀਂ ਇੱਕ ਦੂਜੇ ਨੂੰ ਫੇਸ ਹੀ ਨਾ ਕਰ ਸਕੋ, ਤੁਸੀਂ ਨਜ਼ਰਾਂ ਝੁਕਾ ਕੇ। ਤਾਂ ਦੂਸਰਾ ਤੁਸੀਂ ਕਿਹਾ ਸੀਗਾ ਵੂਮਨ ਦੀ ਪਾਰਟਿਸਿਪੇਸ਼ਨ ਇਨ ਪੋਲਿਟਿਕਸ, ਤਾਂ ਮੇਰਾ ਵੀ ਮੰਨਣਾ ਹੈਗਾ ਇਹ ਕਿ ਵੱਧ ਤੋਂ ਵੱਧ ਲੇਡੀਜ਼ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ। ਜਿਹੜਾ ਕਿ ਹੁਣ ਜ਼ਿਆਦਾ, ਹੁਣ ਅਕਾਲੀ ਦਲ ਦੇ ਵਿੱਚ ਤਾਂ ਇੱਕੋ ਹੀ ਲੇਡੀ ਹੈ ਸ਼ਾਇਦ, ਮੈਨੂੰ ਲੱਗਦਾ ਕੈਂਡੀਡੇਟ, ਇੱਕ ਜਾਂ ਦੋ ਲੇਡੀਜ਼ ਹੋਣਗੀਆਂ ਕੈਂਡੀਡੇਟ। ਤਾਂ ਪਾਰਟੀਜ਼ ਨੂੰ, ਮੈਂ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਕਹਿ ਰਹੀ ਹਾਂ, ਮੈਂ ਸਾਰੀ ਪਾਰਟੀਆਂ ਦੀ ਗੱਲ ਕਰ ਰਹੀ ਹਾਂ ਕਿ ਪਾਰਟੀਆਂ ਨੂੰ ਵੱਧ ਤੋਂ ਵੱਧ ਲੇਡੀਜ਼ ਦੀ ਪਾਰਟਿਸਿਪੇਸ਼ਨ ਕਰਨੀ ਚਾਹੀਦੀ ਹੈ। ਕਿਉਂਕਿ ਇੱਕ ਪਾਸੇ ਸਾਡਾ ਸੰਵਿਧਾਨ, ਜਾਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਵੂਮਨ ਨੂੰ ਰਿਜ਼ਰਵੇਸ਼ਨ ਦਿੰਦੇ ਹਾਂ ਪੋਲਿਟਿਕਸ ਦੇ ਵਿੱਚ, ਤਾਂ ਦੂਜੇ ਪਾਸੇ ਉਹ ਅਧਿਕਾਰ ਮਿਲ ਵੀ ਨਹੀਂ ਰਿਹਾ। ਤਾਂ ਫਿਰ ਅਸੀਂ ਕਿਵੇਂ ਔਰਤਾਂ ਲਈ ਕਿਵੇਂ ਆਵਾਜ਼ ਉਠਾਉਣਗੀਆਂ ਜਦੋਂ ਤੱਕ ਉਹ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਪਹੁੰਚਣਗੇ? ਹਾਂ, ਜਦੋਂ ਸਾਡੀ ਵੋਟਿੰਗ 50% ਹੈ ਤੇ ਸਾਡੀ ਪਾਰਟਿਸਿਪੇਸ਼ਨ 50% ਕਿਉਂ ਨਾ ਹੋਵੇ। ਇੱਕ ਗੱਲ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਰੂਬੀ, ਤੁਸੀਂ ਆਮ ਆਦਮੀ ਪਾਰਟੀ 'ਚ ਵੀ ਰਹੇ ਹੋ ਤੇ ਕਾਂਗਰਸ 'ਚ ਵੀ, ਐਜ਼ ਅ ਔਰਤ ਤੁਹਾਨੂੰ ਕਿਹੜੀ ਪਾਰਟੀ ਜ਼ਿਆਦਾ ਕੰਫਰਟੇਬਲ ਲੱਗਦੀ ਹੈ? ਦੇਖੋ, ਮੈਂ ਕੋਈ ਵੀ ਪਰਸਨਲ ਨਾ ਸਮਝੇ, ਪਰ ਮੈਂ ਜਿੱਥੋਂ ਤੱਕ ਦੇਖਿਆ
ਸਭ ਤੋਂ ਵੱਧ ਅਰਾਜਕਤਾ ਅਗਰ ਸੋਸ਼ਲ ਮੀਡੀਆ ਤੇ ਫੈਲਾਈ ਹੈ ਉਹ ਆਮ ਆਦਮੀ ਪਾਰਟੀ ਨੇ ਫੈਲਾਈ ਹੈ। ਜਿਵੇਂ ਕਿ ਆਪਾਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ, ਮੈਂ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ, ਉਹ ਰਵਾਇਤੀ ਪਾਰਟੀਆਂ ਨੇ, ਸ਼ਾਇਦ ਪਹਿਲਾਂ ਤੋਂ ਚੱਲੀਆਂ ਹੋਈਆਂ ਪਾਰਟੀਆਂ ਨੇ, ਪਹਿਲਾਂ ਵਾਲੀਆਂ ਪਾਰਟੀਆਂ ਸ਼ਾਇਦ ਰਿਸਪੈਕਟ ਜਾਣਦੇ ਆ ਕਿ ਕਿਸੇ ਦੀ ਕਿੱਦਾਂ ਹੁੰਦੀ ਹੈ। ਮੈਂ ਉਹਨਾਂ ਨੂੰ ਕਦੇ ਵੀ ਨੈਗੇਟਿਵ ਕਮੈਂਟ ਕਰਦੇ ਇੰਨਾ ਦੇਖਿਆ ਨਹੀਂ, ਕਰਦੇ ਹੋਣਗੇ ਥੋੜਾ ਬਹੁਤ ਕਰਦੇ ਹੋਣਗੇ ਪਰ ਇੰਨਾ ਨਹੀਂ। ਸਭ ਤੋਂ ਵੱਧ ਨੈਗੇਟਿਵ ਕਮੈਂਟ ਅਗਰ ਕਰਦੇ ਆ ਸਪੈਸ਼ਲੀ ਔਰਤਾਂ ਦੇ ਅਗੇਂਸਟ ਆਮ ਆਦਮੀ ਪਾਰਟੀ ਦੇ ਲੋਕ ਕਰਦੇ ਨੇ। ਪਤਾ ਨਹੀਂ, ਮੈਨੂੰ ਨਹੀਂ ਪਤਾ ਉਹ ਕਿੱਥੇ ਬੈਠੇ ਹੁੰਦੇ, ਕਿੱਥੇ ਬੈਠ ਕੇ ਕੀ ਕਰ ਰਹੇ ਹੁੰਦੇ, ਸਮਝ ਨਹੀਂ ਆਉਂਦੀ ਉਹਨਾਂ ਦੇ ਮਾਈਂਡ 'ਚ ਕੀ ਚੱਲ ਰਿਹਾ ਹੁੰਦਾ, ਔਰਤਾਂ ਲਈ ਉਹਨਾਂ ਦੇ ਮਾਈਂਡ 'ਚ ਕੀ ਚੱਲ ਰਿਹਾ ਹੁੰਦਾ। ਸਭ ਤੋਂ ਵੱਧ ਗਲਤ ਕਮੈਂਟ ਔਰ ਜਿੰਨੀ ਸਮਾਜ ਅਰਾਜਕਤਾ ਫੈਲਾਈ ਹੈ ਉਹ ਆਮ ਆਦਮੀ ਪਾਰਟੀ ਨੇ ਫੈਲਾਈ ਹੈ। ਆਮ ਆਦਮੀ ਪਾਰਟੀ ਇੱਕ ਆਮ ਘਰ ਦੀ ਕੁੜੀ ਨੂੰ ਰੁਪਿੰਦਰ ਰੂਬੀ ਬਣਾਉਂਦੀ ਹੈ ਤੇ ਉਸ ਤੋਂ ਬਾਅਦ 5 ਸਾਲ ਉਹਦੇ 'ਚ ਪਾਰਟੀ 'ਚ ਰਹਿਣ ਤੋਂ ਬਾਅਦ ਤੁਸੀਂ ਕਾਂਗਰਸ 'ਚ ਸ਼ਿਫਟ ਕਰਦੇ ਹੋ, ਮਤਲਬ ਕੋਈ ਖਾਸ ਕਾਰਨ ਉਸ ਦਾ? ਦੇਖੋ, ਖਾਸ ਕਾਰਨ ਇਹ ਹੈ ਕਿ ਅਸੀਂ ਇੱਕ ਮੁੱਦਿਆਂ ਨੂੰ ਲੈ ਕੇ ਚੱਲੇ ਹਾਂ। ਮੈਂ ਬਿਲਕੁਲ ਆਮ ਜਿਹੇ ਘਰ ਦੀ ਲੜਕੀ ਹਾਂ। ਬਹੁਤ ਅੱਛਾ ਸੋਚ ਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਕਿ ਆਪਾਂ ਸਿਸਟਮ ਦੇ ਵਿੱਚ ਐਂਟਰ ਕਰਾਂਗੇ ਤਾਂ ਬਹੁਤ ਕੁਝ ਬਦਲਣ ਨੂੰ ਮਿਲੂਗਾ। ਪਰ ਜਿਵੇਂ ਜਿਵੇਂ ਸਿਸਟਮ 'ਚ ਐਂਟਰ ਕਰਦੇ ਗਏ ਤਾਂ ਸਮਝ ਲੱਗੀ ਕਿ ਉਸ ਤਰ੍ਹਾਂ ਹੋ ਹੀ ਨਹੀਂ ਰਿਹਾ। ਹੁਣ ਪੰਜਾਬ ਦਾ ਅਲੱਗ ਤਰੀਕਾ ਹੈ ਜੀ, ਦਿੱਲੀ ਅਲੱਗ ਮਾਡਲ ਹੈ। ਪੰਜਾਬ ਨੂੰ ਅਸੀਂ ਦਿੱਲੀ ਮਾਡਲ ਦੇ ਅਕੋਰਡਿੰਗ ਤਾਂ ਨਹੀਂ ਨਾ ਚਲਾ ਸਕਦੇ। ਉਹ ਇੱਕ ਇੰਡਸਟਰੀ ਬੇਸਡ ਸੂਬਾ ਹੈ ਦਿੱਲੀ, ਸਾਡਾ ਐਗਰੀਕਲਚਰ ਬੇਸਡ ਹੈ। ਤਾਂ ਉੱਥੇ ਸਾਰਾ ਕੁਝ ਸਾਨੂੰ ਰੈਵਨਿਊ ਜਿਹੜਾ ਇਕੱਠਾ ਹੁੰਦਾ ਉਹ ਫੈਕਟਰੀਜ਼ ਇੰਡਸਟਰੀ ਤੋਂ ਹੁੰਦਾ। ਇੱਥੇ ਸਾਨੂੰ ਐਗਰੀਕਲਚਰ ਤੋਂ ਹੋਣਾ ਹੈਗਾ। ਬਟ ਬਜਾਏ ਉਸਦੇ ਕਿ ਅਸੀਂ ਬੋਲਦੇ ਸੀ ਤਾਂ ਹੀ ਕਰਕੇ ਅਸੀਂ ਸ਼ਾਇਦ ਉਹਨਾਂ ਨੂੰ ਬਾਗੀ ਲੱਗਣ ਲੱਗ ਗਏ। ਪਰ ਜਿਹੜਾ ਵੀ ਬੰਦਾ ਜਿਸ ਪਾਰਟੀ 'ਚ ਹੁੰਦਾ ਨਾ ਉਹਦੀ ਬੜੋਤਰੀ ਲਈ ਵੀ ਅੱਛਾ ਹੋਵੇ ਉਹਦੇ ਲਈ ਹੀ ਗੱਲ ਕਰਦਾ। ਪਰ ਅਸੀਂ ਉਹਨਾਂ ਨੂੰ ਬਾਗੀ ਲੱਗਣ ਲੱਗ ਗਏ ਕਿ ਅਸੀਂ ਕਹਿੰਦੇ ਸੀ ਆਪਾਂ ਪੰਜਾਬ ਮਾਡਲ ਦੀ ਗੱਲ ਕਰੀਏ, ਪੰਜਾਬੀਆਂ ਨੂੰ ਅੱਗੇ ਲੈ ਕੇ ਆਈਏ। ਦੂਜਾ, ਅਸੀਂ ਖੇਤੀ ਲਈ ਕੀ ਕਰ ਸਕਦੇ ਹਾਂ ਕਿਉਂਕਿ ਸਾਨੂੰ ਰੈਵਨਿਊ ਖੇਤੀ ਤੋਂ ਇਕੱਠਾ ਹੋਣਾ, ਅਸੀਂ ਉਹੀ ਸਕੂਲਾਂ ਕਾਲਜਾਂ ਹਸਪੀਟਲਸ 'ਤੇ ਲਗਾਉਣਾ ਹੈ। ਬਟ ਇਹਨਾਂ ਨੂੰ ਤਾਂ ਸਾਡੀ ਪਰਾਲੀ ਦਾ ਵੀ ਧੂੰਆਂ ਚੜ੍ਹਨ ਲੱਗ ਗਿਆ ਕਿ ਜੀ ਜਿਹੜਾ ਧੂੰਆਂ ਆ ਰਿਹਾ ਉਹ ਪੰਜਾਬ ਤੋਂ ਆ ਰਿਹਾ ਔਰ ਦਿੱਲੀ ਪੋਲਿਊਟਡ ਹੋ ਰਹੀ ਹੈ, ਔਰ ਜਿਹੜਾ ਇੰਡਸਟਰੀ ਤੋਂ ਆ ਰਿਹਾ ਉਹ ਨਹੀਂ ਹੋ ਰਿਹਾ। ਕੇਜਰੀਵਾਲ ਸਾਹਿਬ 1000 ਰੁਪਇਆ ਅਨਾਉਂਸ ਕਰਦੇ ਨੇ ਔਰ ਔਰਤਾਂ ਦੇ ਸੰਗਠਨ ਦੇ ਵਿੱਚ ਔਰਤਾਂ ਦੀ ਨੁਮਾਇੰਦਗੀ 'ਚ ਕਰਦੇ ਨੇ। ਕਿੰਨੀਆਂ ਔਰਤਾਂ ਨੂੰ ਉਹ ਪ੍ਰਮੋਟ ਕਰਦੇ ਨੇ ਦਿੱਲੀ ਦੇ ਵਿੱਚ? ਕਿੰਨੀਆਂ ਉਹਨਾਂ ਦੇ ਕੈਬਨਿਟ ਦੇ ਵਿੱਚ ਜਾਂ ਕਿੰਨੀਆਂ ਕੁ ਔਰਤਾਂ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਹੈ? ਮੈਂ ਸੱਤੀ ਜੀ ਔਰਤਾਂ ਦੇ ਨਾਲ ਨਾਲ ਪੰਜਾਬੀਆਂ ਦੀ ਵੀ ਗੱਲ ਕਰੂੰਗੀ ਇੱਥੇ, ਕਿਉਂਕਿ ਇੱਕ ਵੀ ਔਰਤ ਕੈਬਨਿਟ ਦੇ ਵਿੱਚ ਨਹੀਂ ਹੈ ਦਿੱਲੀ ਦੇ ਵਿੱਚ। ਬੜੀ ਹੈਰਾਨੀ ਦੀ ਗੱਲ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਅਸੀਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਇਆ ਦੇਵਾਂਗੇ ਤੇ ਦਿੱਲੀ ਦੇ ਵਿੱਚ ਤਾਂ ਤੁਹਾਡੀ ਗਵਰਨਮੈਂਟ ਹੈ, ਉੱਥੇ ਕਿਉਂ ਨਹੀਂ ਦੇ ਰਹੇ ਤੁਸੀਂ? ਉੱਥੇ ਵੀ ਦਿਓ, ਉੱਥੇ ਵੀ ਤਾਂ ਤੁਹਾਡੀ ਗਵਰਨਮੈਂਟ ਹੈ, ਲਗਾਤਾਰ ਤੀਸਰੀ ਵਾਰੀ ਬਣੀ ਹੈ। ਹੁਣ ਤਾਂ ਤੁਹਾਨੂੰ 3000 ਦੇਣਾ ਚਾਹੀਦਾ ਸੀ, ਬਲਕਿ ਤੁਸੀਂ ਤੀਜੀ ਵਾਰੀ ਬਣ ਗਏ, ਤੁਸੀਂ ਖੁਸ਼ੀ 'ਚ ਹੀ ਵੱਧ ਪੈਸੇ ਦੇ ਦਿਓ। ਤਾਂ ਉਹ ਵੀ ਨਹੀਂ ਹੈ। ਔਰ ਕਾਰਨ ਪਤਾ ਨਹੀਂ, ਸ਼ਾਇਦ ਨਾ ਲੇਡੀਜ਼ ਨੂੰ ਕੋਈ ਨੁਮਾਇੰਦਗੀ ਹੈ ਔਰ ਬਲਕਿ ਪੰਜਾਬੀ ਵੀ ਨਹੀਂ ਹੈ। ਕੋਈ ਸਿੱਖ ਚਿਹਰਾ ਦੇਖਿਆ ਆਪਾਂ? ਕੋਈ ਸਰਦਾਰ ਦੇ ਸਕਦੇ ਸੀ, ਕਿਉਂ ਨਹੀਂ ਹੈ? ਸਾਡੇ ਬਹੁਤ ਸਾਰੇ MLA ਪੰਜਾਬੀ ਨੇ, ਕਿਉਂ ਨਹੀਂ ਦਿੱਤਾ? ਦੇ ਸਕਦੇ ਸੀ। ਖੁਦ ਜਰਨੈਲ ਸਿੰਘ ਜੀ ਪੰਜਾਬੀ ਨੇ, ਸਰਦਾਰ ਨੇ। ਇਹਨਾਂ ਨੂੰ ਇੱਥੇ ਭੇਜਤਾ ਵੀ ਤੁਸੀਂ ਸੰਭੋ ਉੱਥੇ ਜਾ ਕੇ। ਔਰ ਉਹ ਵੀ ਰਾਘਵ ਚੱਡਾ ਜੀ ਦੇਖ ਰਹੇ ਆ, ਉਹ ਤਾਂ ਜਸਟ ਕਵਰਿੰਗ ਨਹੀਂ ਹੁੰਦਾ ਜਿਵੇਂ ਕਵਰ ਕਰ ਰਹੇ ਆ। ਹਾਂ, ਮਤਲਬ ਇਹ ਕਿੱਡੀ ਕੁ ਵੱਡੀ ਗੱਲ ਹੈ ਕਿ ਜਦੋਂ, ਕਿਉਂਕਿ ਸਿੱਖ ਬੰਦਾ ਮੈਨੂੰ ਲੱਗਦਾ ਜਾਂ ਪੰਜਾਬੀ ਬੰਦਾ ਪੰਜਾਬ ਨੂੰ ਬਿਹਤਰ ਤਰੀਕੇ ਨਾਲ ਸਮਝਦਾ, ਚਾਹੇ ਉਹ UP ਬੈਠਾ ਚਾਹੇ ਉਹ ਦਿੱਲੀ ਬੈਠਾ, ਇੱਕ ਸ਼ਾਇਦ ਉਹਨਾਂ ਨੌਨ ਪੰਜਾਬੀ ਬੰਦਾ ਨਹੀਂ ਸਮਝ ਸਕਦਾ। ਰਾਘਵ ਚੱਡਾ ਜੀ ਨੂੰ ਉਹਨਾਂ ਨੇ ਸਪੈਸ਼ਲੀ ਦਿੱਲੀ ਤੋਂ ਇੱਥੇ ਬੁਲਾ ਕੇ ਇੰਚਾਰਜ ਲਾਇਆ। ਤੁਹਾਨੂੰ ਉਹਦੇ 'ਚ ਕੀ ਲੱਗਦਾ ਕਿ ਇਹ ਜਿਹੜਾ ਪਾਰਟੀਜ਼ ਜਿਹੜੀ ਕੋਈ ਵੀ ਪਾਰਟੀ ਹੈ ਉਹ ਦਿੱਲੀ ਤੋਂ ਲਿਆ ਕੇ ਇੱਕ ਬੰਦਾ ਪੰਜਾਬ 'ਚ ਫਿੱਟ ਕਰ ਦਿੰਦੀਆਂ ਨੇ ਕਿ ਇਹ ਦੇਖੇਗਾ? ਉਹ ਸੁਪਰਵਿਜ਼ਨ ਹੈ ਕਿ ਉਹਨਾਂ ਨੂੰ ਪੰਜਾਬ ਦੇ ਜਿੰਨੇ ਟਿਕਟ ਜਿਨ੍ਹਾਂ ਨੂੰ ਦਿੰਦੇ ਜਾਂ ਸਰਪ੍ਰਸਤ ਨੇ ਉਹਨਾਂ 'ਤੇ ਵਿਸ਼ਵਾਸ ਨਹੀਂ, ਜਾਂ ਫਿਰ ਉਹ ਨਜ਼ਰ ਰੱਖਦੇ ਨੇ? ਮਤਲਬ ਮੈਨੂੰ ਇਹ ਲੌਜਿਕ ਨਹੀਂ ਸਮਝ। ਮੈਨੂੰ ਲੱਗਦਾ ਉਹਨਾਂ ਨੂੰ ਸ਼ਾਇਦ ਪੰਜਾਬੀਆਂ 'ਤੇ ਕੌਨਫੀਡੈਂਸ ਵੀ ਨਹੀਂ, ਵਿਸ਼ਵਾਸ ਵੀ ਨਹੀਂ ਔਰ ਨਜ਼ਰ ਵੀ ਰੱਖਦੇ ਆ। ਸ਼ਾਇਦ ਆਪਣੇ ਹੱਥ ਸਭ ਕੁਝ ਲੈਣਾ ਚਾਹੁੰਦੇ ਆ। ਸਾਡੇ ਸਾਰੇ ਪੰਜਾਬੀਆਂ ਨੂੰ ਵੀ ਇਹ ਗੱਲ ਪਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਇਹ ਗੱਲ ਤਾਂ ਫੇਮਸ ਹੋ ਚੁੱਕੀ ਹੈ ਕਿ ਖੁਦ ਦਿੱਲੀ ਵਾਲੇ ਆਪਦੇ ਹੱਥ 'ਚ ਰੱਖਣਾ ਚਾਹੁੰਦੇ ਆ। ਹੁਣ ਸਾਡੇ ਇੱਥੇ ਕਾਂਗਰਸ ਪਾਰਟੀ ਦੇ ਵਿੱਚ ਹੈ, ਕੌਣ ਚਲਾ ਰਿਹਾ ਜੀ ਪਾਰਟੀ? ਸਾਡੇ CM ਸਾਹਿਬ ਚਰਨਜੀਤ ਸਿੰਘ ਚੰਨੀ ਜੀ, ਸਾਡੇ ਨਵਜੋਤ ਸਿੰਘ ਸਿੱਧੂ ਜੀ NCC ਪ੍ਰੈਜ਼ੀਡੈਂਟ, ਬਾਕੀ ਸਾਰੀ ਕੈਬਨਿਟ ਹੋ ਗਈ। ਸਾਡੇ ਸੁਨੀਲ ਜਾਖੜ ਜੀ ਦਰਵੇਸ਼ ਲੀਡਰ ਨੇ। ਸਾਡੇ ਤਾਂ ਇਹੀ ਜੋ ਵੀ ਡਿਸੀਜ਼ਨ ਲੈਂਦੇ ਆ ਇਹੀ ਲੈਂਦੇ ਆ। ਈਵਨ ਟਿਕਟਾਂ ਜੋ ਡਿਸਾਈਡ ਹੁੰਦਾ ਹੈ, ਠੀਕ ਹੈ, ਫਾਈਨਲ ਮੋਹਰ ਉੱਥੋਂ ਲੱਗਦੀ ਹੈ, ਓਬਵੀਅਸਲੀ ਉਹ ਸਾਡੇ ਸੁਪਰੀਮ ਨੇ। ਤਾਂ ਪਰ
ਉਹ ਦੇਖਣਾ ਤਾਂ ਇੱਥੋਂ ਹੀ ਹੈ ਨਾ, ਲੋਕਲ ਲੀਡਰਸ਼ਿਪ ਨੇ ਕਿਹੜਾ ਕੀ ਕੰਮ ਕਰ ਰਿਹਾ ਔਰ ਕਿਹੜਾ ਬੰਦਾ ਕਿੱਥੋਂ ਕਿਹੜੀ ਕਨਸਟੀਟੂਐਂਸੀ ਨੂੰ ਕੱਢ ਸਕਦਾ, ਮਤਲਬ ਜਿੱਤ ਸਕਦਾ ਹੈ। ਤਾਂ ਸਭ ਸਰਵੇ ਹੋ ਕੇ ਇੱਥੋਂ ਹੀ ਜਾਂਦਾ ਪੰਜਾਬ ਚੋਂ, ਫਾਈਨਲ ਉੱਥੇ ਚਲੋ ਠੀਕ ਹੈ, ਸਟੈਂਪ ਲਾਸਟ ਉੱਥੋਂ ਹੀ ਲੱਗਣੀ ਹੁੰਦੀ ਹੈ। ਪਰ ਇਹਨਾਂ ਕੋਲੇ ਇੰਨੀ ਕੁ ਤਾਂ ਖੁਦ ਮੁਖਤਿਆਰੀ ਹੈ ਨਾ, ਖੁਦ ਡਿਸੀਜ਼ਨ ਲੈ ਸਕਦੇ ਆ। ਪਰ ਉਧਰ ਸਭ ਕੁਝ ਦਿੱਲੀ ਤੋਂ ਹੋ ਕੇ ਆਉਂਦਾ ਕਿ ਤੁਸੀਂ ਈਵਨ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜਿਹੜੇ ਸਾਡੇ LOP ਸਾਹਿਬ ਮੀਡੀਆ 'ਚ ਬਿਆਨ ਵੀ ਦਿੰਦੇ ਆ, ਉਹ ਵੀ ਦਿੱਲੀ ਤੋਂ ਲਿਖ ਕੇ ਆਉਂਦਾ ਸੀ ਵੀ ਤੁਸੀਂ ਇਹ ਚੀਜ਼ ਬੋਲਣੀ ਹੈ, ਕਿਉਂਕਿ ਮੈਂ ਵਿੱਚ ਰਹੀ ਹਾਂ, ਸਾਨੂੰ ਪਤਾ ਹੈ। ਉਹ ਵੀ ਉੱਥੋਂ ਲਿਖ ਕੇ ਆਉਂਦਾ ਸੀ ਵੀ ਤੁਸੀਂ ਮੀਡੀਆ 'ਚ ਇਹ ਬੋਲਣਾ ਹੈ। ਇੰਨਾ ਵੀ ਕੌਨਫੀਡੈਂਸ ਨਹੀਂ ਵੀ ਬੰਦਾ ਬੋਲ ਹੀ ਨਹੀਂ ਸਕਦਾ ਮੀਡੀਆ 'ਚ। ਭਗਵੰਤ ਮਾਨ ਸਾਹਿਬ ਨੂੰ ਖੁਦ ਮੁਖਤਿਆਰੀ ਮਿਲੇਗੀ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ? ਦੇਖੋ, ਜਿਵੇਂ ਸਾਰੇ ਸੋਚ ਰਹੇ ਆ, ਅਸੀਂ ਲੋਕਾਂ 'ਚ ਵੀ ਡਿਸਕਸ਼ਨ ਹੁੰਦੀ ਹੈ ਸਾਡੀ, ਤਾਂ ਕਿਉਂਕਿ ਲੋਕਾਂ ਦੇ ਦਿਮਾਗ 'ਚ ਬੜੀ ਕਨਫਿਊਜ਼ਨ ਹੈ ਕਿ ਸਰਕਾਰ ਕੇਜਰੀਵਾਲ ਸਾਹਿਬ ਚਲਾਉਣਗੇ ਕਿ ਭਗਵੰਤ ਮਾਨ ਸਾਹਿਬ ਨੂੰ ਇੰਡੀਪੈਂਡੈਂਟ ਮੁੱਖ ਮੰਤਰੀ, ਕਿਉਂਕਿ ਇੱਕ ਲੋਕਲ, ਜਿੱਦਾਂ ਤੁਸੀਂ ਕਿਹਾ ਵੀ ਲੋਕਲ ਬੰਦੇ ਨੇ, ਅਥਾਰਟੀਜ਼ ਅਲੱਗ ਨੇ, ਉਹਨਾਂ ਨੂੰ ਖੁਦ ਮੁਖਤਿਆਰੀ ਮਿਲੂਗੀ ਕਿਉਂਕਿ ਅਸੀਂ ਵਿੱਚ ਰਹੇ ਹਾਂ, ਉਸ ਸਿਸਟਮ ਦੇ ਵਿੱਚ ਰਹੇ ਹਾਂ। ਔਰ ਪਹਿਲੀ ਗੱਲ ਤਾਂ ਉਹਨਾਂ ਦੀ ਗਵਰਨਮੈਂਟ ਹੀ ਨਹੀਂ ਆਉਣੀ ਹੈਗੀ, ਇਹੀ ਮੈਂ ਕਲੀਅਰ ਕਰਦਾ ਕਿ ਨਹੀਂ ਆਊਗੀ ਉਹਨਾਂ ਦੀ ਗਵਰਨਮੈਂਟ, ਕਿਉਂਕਿ ਉਸ ਸਿਸਟਮ ਦੇ ਹਿਸਾਬ ਨਾਲ ਉਹ ਚੱਲ ਹੀ ਨਹੀਂ ਰਹੇ ਜੋ ਅਸੀਂ ਚਾਹੁੰਦੇ ਸੀ ਕਿ ਤੁਸੀਂ ਇੱਦਾਂ ਚੱਲੋ। ਕਿਉਂਕਿ ਅਸੀਂ ਪੰਜਾਬੀਆਂ ਲਈ ਹੀ ਕੰਮ ਕਰਨਾ ਹੈ ਨਾ, ਪੰਜਾਬ 'ਚ ਰਹਿਣਾ, ਪੰਜਾਬੀਆਂ ਲਈ ਕੰਮ ਕਰਨਾ, ਤਾਂ ਪੰਜਾਬੀਆਂ ਲਈ ਤੁਸੀਂ ਕਿਉਂ ਨਹੀਂ ਵਰਕ ਕਰ ਰਹੇ? ਚਲੋ ਐਨੀ ਹਾਓ, ਇਹੀ ਅਸੀਂ ਗਲਤੀ 2017 ਵੇਲੇ ਕੀਤੀ ਹੈ। ਹੁਣ ਵੀ ਆਮ ਆਦਮੀ ਪਾਰਟੀ ਸੇਮ ਗਲਤੀਆਂ ਹੁਣ ਵੀ ਦੁਹਰਾ ਰਹੀ ਹੈ, ਨਹੀਂ ਸੁਧਰੀ। ਉਹਨਾਂ ਨੇ ਆਤਮ ਮੰਥਨ ਕੀਤਾ ਹੀ ਨਹੀਂ ਹੈ, ਸੋ ਗਲਤੀਆਂ ਰਿਪੀਟ ਹੋ ਰਹੀਆਂ। ਤਾਂ ਦਿੱਲੀ ਵਾਲੇ ਆਪਣੇ ਬੰਦੇ ਤਾਂ ਹੀ ਛੱਡਦੇ ਕਿ ਅਸੀਂ ਪਹਿਲਾਂ ਵੀ ਕੰਟਰੋਲ ਰੱਖੀਏ, ਬਾਅਦ ਚੋਂ ਵੀ ਕੰਟਰੋਲ ਰੱਖੀਏ, ਔਰ ਇੱਦਾਂ ਹੀ ਹੋਊਗਾ। ਮੈਂ ਇਹ ਤੁਹਾਡੇ ਚੈਨਲ ਦੇ ਜ਼ਰੀਏ ਕਲੀਅਰ ਕਰਨਾ ਚਾਹੁੰਦੀ ਕਿ ਇੱਦਾਂ ਹੀ ਹੋਊਗਾ, ਦਿੱਲੀ ਵਾਲੇ ਹੀ ਕੰਟਰੋਲ ਕਰਨਗੇ ਪੰਜਾਬ ਨੂੰ। ਤੁਸੀਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣ ਰਹੀ, ਕਾਂਗਰਸ ਦੀ ਸਰਕਾਰ ਬਣਦੀ ਲੱਗਦੀ ਤੁਹਾਨੂੰ? ਯੈਸ, ਐਗਜ਼ੈਕਟਲੀ ਬਣਦੀ ਲੱਗਦੀ। ਦੇਖੋ, ਮੈਂ ਜਦੋਂ ਜੁਆਇਨ ਕੀਤੀ ਸੀ ਨਾ ਕਾਂਗਰਸ ਪਾਰਟੀ, ਉਦੋਂ ਮੈਨੂੰ ਲੱਗਦਾ 3-4 ਮਹੀਨੇ ਹੋਏ ਸੀ। ਉਸ ਤੋਂ ਜਦੋਂ ਚੰਨੀ ਸਾਹਿਬ ਬਣੇ ਨੇ CM ਸਾਹਿਬ, ਜਿਸ ਮੁੱਦੇ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਸੱਤੀ ਜੀ, ਕਿ ਮੈਂ ਚਾਹੁੰਦੀ ਹਾਂ ਕਿ ਪੰਜਾਬ ਦੇ ਮੁੱਦੇ ਇੱਦਾਂ ਹੋਣ, ਜਿਹੜਾ ਕਿ ਅਸੀਂ ਆਮ ਆਦਮੀ ਪਾਰਟੀ 'ਚ ਕਹਿ ਕੇ ਥੱਕ ਗਏ। ਉਹਨਾਂ ਨੂੰ ਅਸੀਂ ਲੱਗਦਾ ਸੀ ਬਾਗੀ ਹਾਂ ਅਸੀਂ ਤਾਂ ਚਾਹੁੰਦੇ ਸੀ ਵੀ ਸਰਕਾਰ ਆਵੇ, ਅੱਛੇ ਡਿਸੀਜ਼ਨ ਹੋਣ। ਬਟ ਉਹ ਜਿਹੜਾ ਪੰਜਾਬ ਮਾਡਲ ਸੀ, ਉਹ ਕੌਣ ਲੈ ਕੇ ਆਇਆ? ਸਿੱਧੂ ਸਾਹਿਬ, ਚੰਨੀ ਸਾਹਿਬ। ਔਰ ਉਹਨਾਂ ਨੇ ਆਉਂਦੇ ਹੀ ਸਾਰੀ ਵੇ ਵੀ ਬਦਲਤੀ। ਤੇ ਮੈਂ ਖੁਸ਼ ਸੀ ਕਿ ਬਹੁਤ ਅੱਛੇ ਕੰਮ ਕਰ ਰਹੇ ਆ। ਕਿਹੜਾ ਕੰਮ ਹੈ? ਬਿਜਲੀ ਪਾਣੀ ਦੇ ਬਿੱਲ, ਪੈਨਸ਼ਨਸ, ਇੱਥੇ ਹਸਪੀਟਲ ਦਾ ਉਦਘਾਟਨ ਕਰਕੇ ਗਏ ਸਾਡੇ ਸੋਨੀ ਸਾਹਿਬ। ਐਜੂਕੇਸ਼ਨ 'ਤੇ ਵੀ ਕੰਮ ਹੋ ਰਿਹਾ ਹੈ, ਸਰਕਾਰੀ ਕਾਲਜ, ITI ਇੱਥੇ ਮਲੋਟ ਦੇ ਵਿੱਚ ਆਈ ਹੈ। ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ ਗਵਰਨਮੈਂਟ ਨੇ? ਔਰ 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਕੰਮ ਕਰਕੇ ਦਿਖਾਏ ਆ। ਔਰ ਮੈਨੂੰ ਅੱਛਾ ਲੱਗਿਆ ਕਿ ਹਾਂ, ਬਲਕਿ ਔਰ ਆਪਾਂ ਖੁਦ ਵੀ ਦੇਖਿਆ ਚੰਨੀ ਸਾਹਿਬ ਆਮ ਲੋਕਾਂ ਦੀ ਤਰ੍ਹਾਂ ਵਿਚਰ ਰਿਹਾ ਹੈ। ਅਸਲੀ ਆਮ ਆਦਮੀ ਚੰਨੀ ਸਾਹਿਬ ਨੇ, ਨਾ ਕਿ ਉਹ ਜਿਹੜੇ ਕਿ ਕਹਿੰਦੇ ਅਸੀਂ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਅੱਗੇ ਲੈ ਕੇ ਆਉਣਾ ਹੈ। ਇੱਕ ਕੱਲ ਪਰਸੋਂ ਮੈਂ ਨਿਊਜ਼ਪੇਪਰ ਦੇ ਵਿੱਚ ਪੜ੍ਹ ਰਹੀ ਸੀ, ਪਤਾ ਨਹੀਂ 45, ਪਤਾ ਨਹੀਂ 65 ਸੀ, ਹੁਣ ਮੈਨੂੰ ਐਗਜ਼ੈਕਟ ਫਿਗਰ ਨਹੀਂ ਯਾਦ, ਕੈਂਡੀਡੇਟ ਕਰੋੜਾਪਤੀ ਨੇ ਆਮ ਆਦਮੀ ਪਾਰਟੀ ਦੇ। ਉਹ ਆਮ ਨੇ, ਦੱਸੋ। ਤਾਂ ਹੁਣ ਮੈਨੂੰ ਆਮ ਜੇ ਘਰ ਦੀ ਲੜਕੀ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ, ਮੈਂ ਕਹਿ ਸਕਦੀ ਹਾਂ ਆਪਣੇ ਆਪ ਨੂੰ ਕਿ ਮੈਂ ਆਮ ਹੈ। ਰੂਪੀ, ਤੁਹਾਨੂੰ ਬਠਿੰਡਾ ਦਿਹਾਤੀ ਤੋਂ ਸੀਟ ਮਿਲਦੀ ਹੈ ਤੇ ਸਾਡਾ ਸਰਵੇ ਦੱਸਦਾ ਹੈ ਕਿ ਤੁਸੀਂ 5 ਸਾਲ ਬਹੁਤ ਜ਼ਿਆਦਾ ਉੱਥੇ ਕੰਮ ਨਹੀਂ ਕੀਤਾ, ਵਿਚਰੇ ਨਹੀਂ, ਕਾਰਨ? ਨਹੀਂ, ਸਰਵੇ ਦੀ ਗੱਲ ਨਹੀਂ ਹੈ ਅਸਲ ਦੇ ਵਿੱਚ। ਦੇਖੋ ਸੱਤੀ ਜੀ, ਜਦੋਂ ਆਪਾਂ 2017 'ਚ, ਇੱਕ ਤਾਂ ਹੁੰਦਾ ਕੈਂਡੀਡੇਟ ਦੇ ਬਾਅਦ ਦੀ ਗੱਲ, ਜਦੋਂ ਜਿੱਤ ਗਿਆ MLA ਬਣ ਗਿਆ, ਉਸ ਤੋਂ ਪਹਿਲਾਂ ਦੀ ਮੈਂ ਗੱਲ ਕਰਨਾ ਚਾਹੁੰਦੀ ਹਾਂ। ਮੈਨੂੰ ਸਭ ਤੋਂ ਵੱਡੀ ਲੀਡ ਮਿਲੀ ਸੀ ਬਠਿੰਡਾ ਦਿਹਾਤੀ ਦੇ ਵਿੱਚ 11,000 ਦੀ। ਪਹਿਲਾ ਕੈਂਡੀਡੇਟ ਜਿਹਨੂੰ ਐਡੀ ਵੱਡੀ ਲੀਡ ਮਿਲੀ। ਮੈਨੂੰ 51,000 ਵੋਟ ਪਈ ਹੈ। ਉਸ ਤੋਂ ਬਾਅਦ ਅਕਾਲੀ ਦਲ ਨੂੰ 41,000। ਯਾਨੀ ਕਿ ਉਦੋਂ ਸਟਾਰਟਿੰਗ 'ਚ ਵੀ ਮੈਨੂੰ ਲੋਕਾਂ ਨੇ ਪਸੰਦ, 41,000 ਲੋਕਾਂ ਨੇ ਪਸੰਦ ਤਾਂ ਨਹੀਂ ਨਾ ਕੀਤਾ। ਉਸ ਤੋਂ ਬਾਅਦ ਆ ਗਏ ਕਾਂਗਰਸ ਪਾਰਟੀ, ਉਹਨਾਂ ਨੂੰ ਪਈ ਸੀ 27,000, ਯਾਨੀ ਕਿ ਉਹਨਾਂ ਨੇ ਵੀ ਮੈਨੂੰ ਲਾਈਕ ਨਹੀਂ ਕੀਤਾ। ਉਸ ਤੋਂ ਬਾਅਦ ਅਦਰਸ ਆ ਗਏ, ਛੋਟੀ ਪਾਰਟੀਆਂ, ਯਾਨੀ ਕਿ ਉਹ ਲੋਕ ਤਾਂ ਮੈਨੂੰ ਪਹਿਲਾਂ ਹੀ ਨਹੀਂ ਨਕਾਰ ਚੁੱਕੇ, ਪਸੰਦ ਹੀ ਨਹੀਂ ਕੀਤਾ। ਹਾਂ, ਮੇਰੀ ਜ਼ਿਆਦਾ ਮਾਰਜਨ ਸੀ, ਮੈਂ ਜਿੱਤ ਗਈ ਹੈ। ਤਾਂ ਅਗਰ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਆਪਾਂ ਪਿੱਛੇ ਖੜਾ ਦਈਏ, ਹਾਂਜੀ, ਉਹ ਤਾਂ ਓਬਵੀਅਸਲੀ ਕਹਿਣਗੇ ਵਿਰੋਧੀ ਪਾਰਟੀਆਂ ਵਾਲੇ ਕਿ ਹਾਂ ਰੂਪੀ ਨੇ ਆਈ ਨਹੀਂ ਜਾਂ ਕੰਮ ਨਹੀਂ ਕੀਤਾ। ਉਹ ਤਾਂ ਮੈਨੂੰ ਸਟਾਰਟਿੰਗ ਤੋਂ ਹੀ, ਇੱਕ ਤਾਂ ਹੁੰਦਾ ਐਂਟੀ ਇਨਕੰਪੈਸੀ ਬਾਅਦ 'ਚ ਹੋਣੀ, ਉਹ ਤਾਂ ਮੈਨੂੰ ਪਹਿਲਾਂ ਹੀ ਨਹੀਂ, ਉਹਦੇ ਨਹੀਂ ਲਾਈਕ ਕੀਤਾ 2017 ਵਾਲੇ ਇੰਨੇ ਲੋਕਾਂ ਨੇ। ਸਾਰੇ ਕੈਂਡੀਡੇਟਸ ਹੁੰਦਾ। ਬਟ ਮੈਂ ਸੱਤੀ ਜੀ, ਅੱਛੀ ਗੱਲ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸਾਰੇ ਜਿਹੜੇ ਵੀ ਕੰਮ ਕਰਵਾਏ ਹੁਣ ਤਾਂ, ਈਵਨ ਮੈਂ ਓਪੋਜੀਸ਼ਨ 'ਚ ਹੋ ਕੇ ਵੀ, ਸਾਰੇ ਆਪਾਂ ਸੋਸ਼ਲ ਮੀਡੀਆ ਤੇ ਪਾਉਂਦੇ ਆ। ਉਹ ਤਾਂ ਸ਼ੁਕਰ ਹੈ ਪਰਮਾਤਮਾ ਦਾ ਕਿ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਰਿਕਾਰਡ ਰਹਿੰਦਾ, ਨਹੀਂ ਤਾਂ ਲੋਕ ਤਾਂ ਕਹਿੰਦੇ ਨੇ ਤਾਂ ਕੁਝ ਕੀਤਾ ਹੀ ਨਹੀਂ। ਈਵਨ ਮੈਂ ਤੁਹਾਨੂੰ ਇੱਕ ਦੱਸਦਾ, ਮੈਂ ਸੈਂਟਰ ਦਾ ਵੀ ਕੰਮ ਕੀਤਾ ਹੋਇਆ। ਤੁਸੀਂ ਪੁੱਛ ਵੀ ਸਕਦੇ ਹੋ, ਭਾਗੂ ਪਿੰਡ ਦੇ ਵਿੱਚ ਸਰਪੰਚ ਕਾਂਗਰਸ ਦਾ ਸੀਗਾ, ਔਰ ਸਾਡੇ ਵੀ ਬੰਦੇ ਖੜੇ ਸੀ ਉੱਥੇ ਆਮ ਆਦਮੀ ਪਾਰਟੀ ਦੇ। ਸਿਰਫ 8 ਕਿਸਾਨਾਂ ਦੇ ਖੇਤਾਂ ਨੂੰ, 8 ਕਿਸਾਨਾਂ ਦੇ ਖੇਤ ਸੀ, ਰਸਤਾ ਜਾਣਾ ਸੀ, ਵਿਚਾਲੇ ਰੇਲਵੇ ਟਰੈਕ ਸੀ, ਪੁਲ ਦਾ ਨਿਰਮਾਣ ਕਰਨਾ ਸੀ।
ਔਰ ਮੈਂ ਨਾ ਬਕਾਇਦਾ ਬਲਕਿ ਡੀਸੀ ਸਾਹਿਬ ਨੂੰ ਡਿਮਾਂਡ ਲੈਟਰ ਦਿੱਤਾ, ਜਿਹੜੇ ਇੱਧਰ ਨਾਰਥ ਦੇ ਜ਼ੋਨ ਦੇ ਅਧਿਕਾਰੀ ਸੀਗੇ ਰੇਲਵੇ ਦੇ, ਉਹਨਾਂ ਨੂੰ ਵੀ ਅਸੀਂ ਉਹਨਾਂ ਨਾਲ ਟਾਈ ਅਪ ਕੀਤਾ। 40 ਲੱਖ ਰੁਪਇਆ ਅਲੱਗ ਤੋਂ ਲੱਗਿਆ ਤੇ ਮੈਂ ਪੁਲ ਬਣਵਾਇਆ। ਸੈਂਟਰ ਦਾ ਵੀ ਕੰਮ ਕੀਤਾ, ਕਿਉਂਕਿ ਮੈਂ ਪੜ੍ਹੀ ਲਿਖੀ ਕੁੜੀ ਹਾਂ, ਮੈਨੂੰ ਪਤਾ ਕਿੱਦਾਂ ਕੰਮ ਕਰਨਾ ਹੈ। ਈਵਨ ਜਿਹੜੀਆਂ ਆਸ਼ਾ ਵਰਕਰ ਨੇ, ਆਂਗਣਵਾੜੀ ਵਰਕਰ ਨੇ, ਉਹਨਾਂ ਦਾ ਵੀ ਮੁੱਦਾ ਮੈਂ ਹੀ ਚੱਕਿਆ, ਕਿਉਂਕਿ ਇੱਕ ਤਾਂ ਨਾ ਤੁਸੀਂ ਖੁਦ ਆਪਣੀ ਤਾਰੀਫ ਕਰਨੀ। ਮੀਡੀਆ ਵਾਲੇ ਕਿਤੇ ਫਿਰੋਜ਼ਪੁਰ ਦੇ ਵਿੱਚ ਇੰਟਰਵਿਊ ਲੈ ਰਹੇ ਸੀ ਆਸ਼ਾ ਵਰਕਰਾਂ ਦੀ, ਕਹਿੰਦੇ ਤੁਹਾਡਾ ਅੱਜ ਤੱਕ ਕਿਸੇ ਨੇ ਮੁੱਦਾ ਚੱਕਿਆ? ਉਹਨਾਂ ਦੀ ਪ੍ਰਧਾਨ ਨੇ ਇਹ ਗੱਲ ਖੁਦ ਕਹੀ ਹੈ, ਮੈਂ ਨਹੀਂ ਜਾਣਦੀ ਉਹਨਾਂ ਨੂੰ, ਲੇਡੀ ਨੂੰ। ਕਹਿੰਦੇ ਜੀ ਅੱਜ ਤੱਕ ਕਿਸੇ ਐਮਐਲਏ ਕਿਸੇ ਐਮਪੀ ਨੇ ਸਾਡਾ ਮੁੱਦਾ ਵਿਧਾਨ ਸਭਾ 'ਚ ਨਹੀਂ ਚੁੱਕਿਆ, ਪਰ ਇੱਕ ਬਠਿੰਡੇ ਦੀ ਐਮਐਲਏ ਰੁਪਿੰਦਰ ਰੂਬੀ, ਉਹਨੇ ਸਾਡੇ ਮੁੱਦੇ ਚੱਕੇ ਹੈ। ਤਾਂ ਕਿੰਨਾ ਚੰਗਾ ਲੱਗਦਾ ਜਦੋਂ ਲੋਕ ਬੋਲਦੇ ਆ ਕਿ ਚੱਕੇ ਹੈ। ਸੋ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੀ ਹੈ ਜੀ। ਹੋਰ ਵੀ ਬਹੁਤ ਸਾਰੇ, ਹੁਣ ਦੇਖੋ ਮੇਰੇ ਹਲਕੇ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸਣਾ ਚਾਹੂੰਗੀ, 2-3 ਸਾਲ ਪਹਿਲਾਂ ਜਦੋਂ ਕੈਪਟਨ ਸਾਹਿਬ ਸੀਗੇ ਸੀਐਮ ਸਾਹਿਬ, ਉਹ ਸਾਰਿਆਂ ਨੂੰ ਪਤਾ ਕਿ ਉਹ ਤਾਂ ਐਮਐਲਏਜ਼ ਨੂੰ ਆਪਦਾ ਨੂੰ ਨਹੀਂ ਮਿਲਦੇ ਸੀ, ਸਾਨੂੰ ਤਾਂ ਉਹਨਾਂ ਨੇ ਕੀ ਮਿਲਣਾ। ਉਹ ਬਾਈ ਚਾਂਸ ਕੀ ਹੋਇਆ ਕਿ ਝੋਨੇ ਦੀ ਫਸਲ ਨਾ ਖਰਾਬ ਹੋ ਗਈ ਸੀ, ਕਿਉਂਕਿ ਬਾਰਿਸ਼ਾਂ ਬਹੁਤ ਆ ਗਈਆਂ ਸੀ। ਤਾਂ ਉਹ ਸਾਰੇ ਮੇਰੇ ਕੋਲੇ ਪਿੰਡਾਂ ਵਾਲੇ ਲੋਕ ਇਕੱਠੇ ਹੋ ਕੇ ਆਏ, ਸਾਰਿਆਂ ਦਾ ਆਪਾਂ ਲਿਆ ਵੀ ਲਿਖ ਕੇ ਲੈ ਕੇ ਆਓ ਕਿਹਨਾਂ ਕਿਹਨਾਂ ਦੀ ਫਸਲ ਖਰਾਬ ਹੋਈ ਹੈ। ਡੀਸੀ ਸਾਹਿਬ ਨੂੰ ਮਿਲੇ। ਮੇਰੀ ਕਿਸਮਤ ਚੰਗੀ ਸੀ ਕਿ ਉਦੋਂ ਸੈਸ਼ਨ ਚੱਲ ਰਿਹਾ ਸੀ, ਤਾਂ ਮੈਂ ਉੱਥੇ ਹੀ ਸੀਐਮ ਸਾਹਿਬ ਨੂੰ ਪਕੜ ਲਿਆ ਕਿ ਸਰ ਤੁਹਾਨੂੰ ਰਿਕੁਐਸਟ ਹੈਗੀ, ਇੰਨੇ ਹਲਕੇ ਦੇ ਲੋਕ ਮੈਨੂੰ ਮਿਲੇ ਆ ਜੀ, ਘੁੱਦਾ ਹੈਗਾ, ਜੈ ਸਿੰਘ ਵਾਲਾ, ਬਾਹੋ ਸਿਵੀਆਂ, ਬਾਹੋ ਯਾਤਰੀ, ਦਿਉਣ ਪਿੰਡ ਹੈ, ਇਸ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਜੀ, ਇਹਨਾਂ ਨੂੰ ਗਦਾਵਰੀ ਕਰਕੇ ਮੁਆਵਜ਼ਾ ਦਿਵਾਇਆ ਜਾਵੇ। ਔਰ ਇੱਕ ਮੈਂ ਤੁਹਾਨੂੰ ਇਹਦੇ ਵਿੱਚ ਗੱਲ ਦੱਸਦਾ, ਉਹਨਾਂ ਨੇ ਮੈਨੂੰ 2 ਪਿੰਡਾਂ ਨੇ ਮੈਨੂੰ ਨਹੀਂ ਬੁਲਾਇਆ ਸੀ, ਹਰਸਿਮਰਤ ਕੌਰ ਬਾਦਲ ਨੂੰ ਬੁਲਾਇਆ ਸੀ। ਤੇ ਉਹ ਜਦੋਂ ਮੈਂ ਪਹੁੰਚ ਗਈ, ਕਹਿੰਦੇ ਦੇਖੋ ਮੈਡਮ ਅਸੀਂ ਮੈਡਮ ਨੂੰ ਵੀ ਫੋਨ ਕਰ ਰਹੇ ਹਾਂ, ਉਹਨਾਂ ਦੇ ਪੀਓ ਨੂੰ ਵੀ, ਚੱਕ ਹੀ ਨਹੀਂ ਰਹੇ। ਮੈਂ ਕਿਹਾ ਹੁਣ ਤੁਹਾਡਾ ਫੋਨ ਕੀ ਚੱਕਣਾ ਹੈਗਾ, ਉਹਨਾਂ ਨੇ ਤਾਂ ਵੋਟਾਂ ਤਾਂ ਲੈ ਲਈਆਂ, ਤੁਹਾਡਾ ਫੋਨ ਚੱਕ ਕੇ ਕੀ ਉਹਨਾਂ ਨੇ ਕਰਵਾਉਣਾ, ਹੁਣ ਨਹੀਂ ਚੱਕਦੇ ਤੁਹਾਡਾ ਫੋਨ। ਫਿਰ ਵੀ ਮੈਂ ਗਈ, ਕਿਉਂਕਿ ਮੇਰਾ ਤਾਂ ਹਲਕਾ ਹੈ ਨਾ, ਮੇਰੀ ਡਿਊਟੀ ਬਣਦੀ, ਮੇਰਾ ਫਰਜ਼ ਹੈ। ਔਰ ਦੇਖੋ ਮੈਂ ਸੀਐਮ ਸਾਹਿਬ ਨੇ ਸਾਰਾ ਉਹ ਕਰਵਾਇਆ, ਕਹਿੰਦੇ ਵੀ ਗੋਦਾਵਰੀ ਕਰੋ, ਔਰ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਵੀ ਦਿਵਾਇਆ। ਉਹਨਾਂ ਨੂੰ ਇਹ ਚੀਜ਼ ਬੋਲਣੀ ਚਾਹੀਦੀ ਕਿਸਾਨਾਂ ਨੂੰ ਬਕਾਇਦਾ ਕਿ ਵਿਰੋਧ ਕਰਨ ਦੇ। ਪਰ ਰੂਬੀ, ਜਦੋਂ ਤੁਸੀਂ ਇੰਨਾ ਕੰਮ ਕੀਤਾ ਤੇ ਫਿਰ ਤੁਸੀਂ ਉੱਥੋਂ ਦੁਬਾਰਾ ਟਿਕਟ ਕਿਉਂ ਨਹੀਂ ਮੰਗੀ? ਕਿਉਂਕਿ ਤੁਹਾਡੇ ਆਪਣੇ ਲੋਕ ਸੀ। ਜਦੋਂ 5 ਸਾਲ ਇੱਕ ਵਿਧਾਇਕ ਨਾਲ ਲੋਕ ਕਰਦੇ ਨੇ, ਤੁਸੀਂ ਵੀ ਉੱਥੇ ਮਿਹਨਤ ਕੀਤੀ। ਤੁਸੀਂ ਵੇਖੋ ਬਿਨਾਂ ਮਿਹਨਤ ਤੋਂ ਤੇ ਨਹੀਂ ਜਿੱਤ ਸਕਦਾ, ਔਰ ਕੁੜੀ ਲਈ ਮਿਹਨਤ ਬਹੁਤ ਹੀ ਔਖੀ ਹੁੰਦੀ। ਤੇ ਦੁਬਾਰਾ ਤੋਂ ਹਲਕਾ ਚੇਂਜ ਕਰਨਾ, ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਲੱਗਦਾ ਕਿ ਆਪਾਂ ਉਹਨਾਂ ਲੋਕਾਂ ਨਾਲ ਧਰੋਹ ਹੋਇਆ ਕਿਸੇ ਤਰੀਕੇ ਦਾ? ਨਹੀਂ, ਪਹਿਲੀ ਗੱਲ ਜੀ, ਮੈਂ ਤੁਹਾਡਾ ਦੂਸਰੇ ਕੁਐਸਚਨ ਦਾ ਪਹਿਲਾ ਆਨਸਰ ਦੇਣਾ ਚਾਹੁੰਦੀ ਹਾਂ। ਮੈਂ ਕਿਸੇ ਨੂੰ ਧਰੋਹ ਨਹੀਂ ਕੀਤਾ ਔਰ ਕਿਸੇ ਨਾਲ ਧੋਖਾ ਨਹੀਂ, ਕਿਉਂਕਿ 5 ਸਾਲਾਂ ਬਾਅਦ ਤਾਂ ਹਰੇਕ ਲੀਡਰ ਇਲੈਕਸ਼ਨ ਲੜਨੀ ਹੁੰਦੀ ਹੈ। ਧਰੋਹ ਉਦੋਂ ਹੁੰਦਾ ਜਦੋਂ ਮੈਂ 2017 'ਚ ਜਿੱਤ ਕੇ ਹੀ ਉਦੋਂ ਚਲੀ ਜਾਂਦੀ ਨਾਲ ਦੀ ਨਾਲ ਕਾਂਗਰਸ ਦੇ ਵਿੱਚ। ਮੈਂ ਪੂਰਾ ਆਪਦਾ ਹਲਕਾ ਦਾ ਕੰਮ ਕਰਕੇ, ਕਿਉਂਕਿ ਹੁਣ ਤਾਂ ਮੈਂ ਇਲੈਕਸ਼ਨ ਲੜਨੀ ਤਾਂ ਸੀਗੀ ਨਾ, 5 ਸਾਲ ਤਾਂ ਹੋ ਗਏ ਸੀ। ਹੁਣ ਜਾ ਕੇ 3 ਮਹੀਨੇ ਪਹਿਲਾਂ ਮੈਂ ਜੁਆਇਨ ਕੀਤੀ ਹੈ, ਮੈਂ ਧਰੋਹ ਕਿਸੇ ਨਾਲ ਨਹੀਂ ਕੀਤਾ। ਦੂਸਰਾ ਤੁਸੀਂ ਕੁਐਸਚਨ ਕੀਤਾ ਸੀ, ਸੌਰੀ, ਵੀ ਮੈਨੂੰ ਲੱਗਦਾ ਵੀ ਦੁਬਾਰਾ ਕਿਉਂ ਨਹੀਂ ਉਹ ਸੀਟ ਚੁਣੀ ਤੁਸੀਂ? ਮੈਂ ਹਲਕੇ ਦੀ ਗੱਲ ਕੀਤੀ ਸੀ ਸਿੱਧੂ ਸਾਹਿਬ ਨਾਲ ਵੀ, ਚੰਨੀ ਸਾਹਿਬ ਨਾਲ ਵੀ, ਹਰੀਸ਼ ਚੌਧਰੀ ਨਾਲ। ਉਹ ਦੇਖੋ ਨਾ ਸਿਰਫ ਮੀਡੀਆ ਬਲਕਿ ਬੱਚੇ ਨੂੰ ਪਤਾ ਹੈ ਕਿ ਸਿੱਧੂ ਸਾਹਿਬ ਕਿਹਦੇ ਹੱਕ ਦੇ ਵਿੱਚ ਉੱਥੇ ਰੈਲੀ ਕਰਕੇ ਗਏ ਸੀ ਬਠਿੰਡਾ ਦਿਹਾਤੀ ਦੇ ਵਿੱਚ, ਕਿਉਂਕਿ ਉੱਥੇ ਕਾਂਗਰਸ ਦੇ ਆਲਰੇਡੀ ਉੱਥੇ ਸਾਡੇ ਹਰਵਿੰਦਰ ਸਿੰਘ ਲਾਡੀ ਜੀ ਸੀਗੇ, ਔਰ ਮੈਨੂੰ ਟਿਕਟ ਮਿਲਣ ਤੋਂ ਪਹਿਲਾਂ ਉਹ ਉਹਨਾਂ ਦੇ ਹੱਕ 'ਚ ਰੈਲੀ ਕਰ ਗਏ ਸੀ। ਔਰ ਸਾਡੇ ਇੱਥੇ ਆਫਿਸ ਦਾ ਉਦਘਾਟਨ ਕਰਕੇ ਗਏ ਸੀ ਰਾਜਾ ਵੜਿੰਗ ਜੀ। ਉਹਨਾਂ ਨੇ ਇੱਥੇ ਸਪਸ਼ਟ ਗੱਲ ਕਹੀ ਹੈ, ਕਹਿੰਦੇ ਅਸੀਂ ਬਠਿੰਡਾ ਦਿਹਾਤੀ ਤੋਂ ਰੂਬੀ ਨੂੰ ਤਾਂ ਟਿਕਟ ਨਹੀਂ ਦਿੱਤੀ ਕਿਉਂਕਿ ਅਸੀਂ ਉੱਥੋਂ ਹਰਵਿੰਦਰ ਲਾਡੀ ਨੂੰ ਲੜਵਾਉਣਾ ਸੀ, ਤੇ 2 ਬੰਦਿਆਂ ਨੂੰ ਕਾਂਗਰਸ ਵਾਲਿਆਂ ਨੂੰ ਤਾਂ ਇੱਕ ਥਾਂ ਤੋਂ ਲੜਾ ਨਹੀਂ ਨਾ ਸਕਦੇ, ਕਹਿੰਦੇ ਤਾਂ ਕਰਕੇ ਅਸੀਂ ਰੂਬੀ ਨੂੰ ਮਲੋਟ ਤੋਂ ਟਿਕਟ ਦਿੱਤੀ। ਇੱਥੇ ਵੀ ਲੋਕਾਂ ਨੂੰ ਕਹਿ ਕੇ ਗਏ ਆ। ਮੈਂ ਡਿਮਾਂਡ ਕੀਤੀ ਸੀ, ਪਰ ਉਹ ਹਾਈ ਕਮਾਂਡ ਦਾ ਫੈਸਲਾ ਤਾਂ ਫਿਰ ਮੰਨਣਾ ਹੀ ਪੈਂਦਾ ਜੀ। ਪਰ ਮੈਨੂੰ ਇਹ ਲੱਗਦਾ ਕਿ ਲੋਕ ਜੁੜ ਜਾਂਦੇ ਨੇ। ਲੋਕਾਂ ਲਈ ਹਰ ਵਾਰ ਵਿਧਾਇਕ ਔਰ ਬੰਦਾ ਚੇਂਜ ਕਰਨ ਨਾਲ ਇਹ ਬੜਾ ਔਖਾ ਕੰਮ ਹੈ। ਨਹੀਂ, ਵਿਧਾਇਕ ਲਈ ਵੀ ਬਹੁਤ ਔਖਾ ਜੀ, ਦੁਆਰਾ ਮਿਹਨਤ ਕਰਨੀ, ਡੋਰ ਟੂ ਡੋਰ ਕਰਨਾ, ਨਵੇਂ ਲੋਕਾਂ ਨਾਲ ਸੰਪਰਕ ਕਰਨਾ, ਸਾਡੇ ਲਈ ਵੀ ਤਾਂ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਮਲੋਟ ਦੀ ਇੱਕ ਸੀਟ ਇਹੋ ਜਿਹੀ ਹੈ ਜਿੱਥੇ ਹਰ ਵਾਰ ਇਤਿਹਾਸ ਦੱਸਦਾ ਹੈ ਕਿ ਕਾਂਗਰਸ ਦਾ ਐਮਐਲਏ ਕੋਈ ਵੀ ਪਰਮਾਨੈਂਟ ਨਹੀਂ ਇੱਥੇ ਰਿਹਾ। ਹਰ ਵਾਰ ਮਲੋਟ ਦੇ ਵਿੱਚ ਕਾਂਗਰਸ ਦਾ ਕੈਂਡੀਡੇਟ ਨਵਾਂ ਹੀ ਹੁੰਦਾ ਹੈ। ਔਰ ਮਤਲਬ ਇਸ ਵਾਰ ਉਹਨਾਂ ਨੇ ਰੁਪਿੰਦਰ ਰੂਬੀ ਨਾਲ ਸ਼ੁਰੂਆਤ ਕੀਤੀ ਹੈ। ਔਰ ਦੂਸਰੀ ਗੱਲ ਹੈ ਕਿ ਮਲੋਟ ਦਾ ਇਤਿਹਾਸ ਇਹ ਵੀ ਦੱਸਦਾ ਹੈ ਕਿ ਮਲੋਟ ਦੇ ਲੋਕ ਹਮੇਸ਼ਾ ਉਹਨੂੰ ਚੁਣਦੇ ਨੇ ਜਿਸ ਦੀ ਉੱਪਰ ਸਰਕਾਰ ਹੈ। ਜੇ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ 2 ਵਾਰੀ ਵਿਧਾਇਕ ਵੀ ਉਹਨਾਂ ਦਾ ਰਿਹਾ, ਜੇ ਕਾਂਗਰਸ ਦੀ ਰਹੀ ਹੈ ਤੇ ਫਿਰ ਵਿਧਾਇਕ ਵੀ। ਮਤਲਬ ਮੈਂ ਮੰਨਦੀ ਹਾਂ ਸਿਆਣੇ ਲੋਕ ਨੇ ਵੀ ਇਹ ਵੇਵ 'ਚ ਨਹੀਂ ਕਰਦੇ, ਇਹਨਾਂ ਨੂੰ ਲੱਗਦਾ ਕਿਹਦੀ ਸਰਕਾਰ ਬਣਨੀ ਹੈ, ਅਸੀਂ ਕੰਮ ਕਰਾਣੇ ਨੇ। ਰੂਬੀ ਨੂੰ ਕੀ ਲੱਗਦਾ ਕਿ ਉਸਨੇ ਮਲੋਟ ਦੇ ਲੋਕਾਂ ਦਾ ਦਿਲ ਜਿੱਤਿਆ?
ਬਿਲਕੁਲ, ਮੈਂ ਹੁਣ ਵੀ ਅੱਜ ਵੀ ਸੱਤੀ ਜੀ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਡੋਰ ਟੂ ਡੋਰ ਕਰ ਰਹੇ ਸੀ। ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਔਰ ਸਿਰਫ ਇਹ ਨਹੀਂ ਕਿ ਮੇਰੇ ਕਰਕੇ ਰਿਸਪੌਂਸ ਹੈ, ਕਾਂਗਰਸ ਨੇ ਇੱਥੇ ਬਹੁਤ ਅੱਛੇ ਕੰਮ ਕੀਤੇ ਹੈ। ਤੁਸੀਂ ਇੱਥੇ ਸਰਵੇ ਵੀ ਕਰਵਾ ਸਕਦੇ ਹੋ, ਸ਼ਹਿਰਾਂ ਦੇ ਵਿੱਚ ਵੀ ਬਹੁਤ ਅੱਛਾ ਕੰਮ ਹੋਇਆ। ਜਿਹੜੀਆਂ ਰੋਡਸ ਵਗੈਰਾ ਗਲੀਆਂ, ਇਹ ਤਾਂ ਬੇਸਿਕ ਚੀਜ਼ ਨੇ, ਇਹ ਤਾਂ ਛੱਡੋ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਓਪੀ ਸੋਨੀ ਸਾਹਿਬ ਇੱਥੇ ਹਸਪੀਟਲ ਦਾ ਉਦਘਾਟਨ ਕਰਕੇ ਗਏ ਹੈ। ਆਪਣੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਸਰਕਾਰੀ ਕਾਲਜ ਉਦਘਾਟਨ ਕੀਤਾ, ITI ਬਣੀ ਹੈ, ਹੋਰ ਵੀ ਬਹੁਤ ਸਾਰੇ ਵਰਕ ਇੱਥੇ ਹੋਏ ਨੇ, ਈਵਨ ਪਿੰਡਾਂ ਦੇ ਵਿੱਚ ਵੀ। ਤਾਂ ਲੋਕ ਓਬਵੀਅਸਲੀ ਕਾਂਗਰਸ ਨੂੰ ਹੀ ਚੁਣਨਗੇ ਔਰ ਲੋਕਾਂ ਨੂੰ ਪਤਾ ਹੈ ਕਿ ਅਗਲੀ ਗਵਰਨਮੈਂਟ ਕਾਂਗਰਸ ਦੀ ਹੀ ਬਣਨ ਜਾ ਰਹੀ ਹੈ, ਤਾਂ ਉਹ ਬਹੁਤ ਸੋਚ ਸਮਝ ਕੇ ਫੈਸਲਾ ਲੈਣਗੇ। ਮਤਲਬ ਵੀ ਉਹ ਰੂਬੀ ਨੂੰ ਜਿਤਾ ਕੇ ਭੇਜਣਗੇ। ਬਿਲਕੁਲ ਜਿਤਾਉਣਗੇ ਜੀ, ਉਹ ਮੇਰੇ ਨਾਲ ਨੇ ਸਾਰੇ ਲੋਕ, ਵਧੀਆ ਰਿਸਪੌਂਸ ਹੈ ਉਹਨਾਂ ਦਾ। ਦੂਸਰੀ ਗੱਲ ਇਹ ਹੈ ਕਿ ਇੱਥੇ ਡਿਪਟੀ ਸਪੀਕਰ ਰਹੇ ਨੇ ਕੀ ਨਾ ਅਟਵਾਲ ਸਾਹਿਬ, ਨਹੀਂ ਅਜੈਬ ਸਿੰਘ ਭੱਟੀ ਜੀ। ਹਾਂਜੀ, ਡਿਪਟੀ ਸਪੀਕਰ ਰਹੇ ਨੇ ਭੱਟੀ ਸਾਹਿਬ। ਉਹਨਾਂ ਨੇ ਮਤਲਬ ਕਹਿੰਦੇ ਨੇ ਕਿ ਬਹੁਤ ਘੱਟ ਕੰਮ ਕੀਤਾ ਇੱਥੇ, ਕਿ ਉਹਨਾਂ ਦੇ ਕੰਮ ਨਾ ਕਰਨ ਦਾ ਨੁਕਸਾਨ ਰੂਬੀ ਨੂੰ ਹੋਏਗਾ? ਨਹੀਂ, ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰੂੰਗੀ, ਮੈਂ ਕਾਂਗਰਸ ਪਾਰਟੀ ਦੀ ਗੱਲ ਕਰੂੰਗੀ। ਉਹਨਾਂ ਨੇ ਵੀ ਕੰਮ ਤਾਂ ਕਰਵਾਏ ਆ ਔਰ ਕਾਂਗਰਸ ਪਾਰਟੀ ਦਾ ਤਾਂ ਮੈਂ ਤੁਹਾਨੂੰ ਹੁਣੀ ਦੱਸਿਆ ਕਿ ਕਿੰਨੇ ਕੰਮ ਕਰਵਾਏ ਔਰ ਇਹ 3-4 ਮਹੀਨਿਆਂ 'ਚ ਜਿਹੜੇ ਵੀ ਉਦਘਾਟਨ ਹੋਏ ਆ, ਹਸਪੀਟਲ ਬਣਿਆ, ਕਾਲਜ ਬਣਿਆ, ITI ਆਈ ਹੈ, ਇਹ 3-4 ਮਹੀਨਿਆਂ 'ਚ ਹੀ ਹੋਇਆ ਸਾਰਾ ਵਰਕ। ਔਰ 8 ਮਹੀਨੇ ਪਹਿਲਾਂ ਇੱਥੇ ਨਗਰ ਕੌਂਸਲ ਬਣ ਗਈ ਸੀ, ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਹੈ। ਸਾਰੇ ਪ੍ਰਧਾਨ MC ਸਾਹਿਬਾਨ ਬਹੁਤ ਅੱਛਾ ਵਰਕ ਕਰ ਰਹੇ ਨੇ ਔਰ ਲੋਕਾਂ ਨੂੰ ਪਤਾ ਹੈ। ਔਰ ਜਿੱਥੇ ਅਸੀਂ ਜਾਂਦੇ ਹਾਂ ਨੁੱਕੜ ਮੀਟਿੰਗ ਕਰਨ ਲਈ ਜਾਂ ਜਲਸਾ ਹੁੰਦਾ ਹੈ, ਉਹ ਕਹਿ ਦਿੰਦੇ ਜੀ ਹਾਂ MC ਸਾਹਿਬ ਨੇ ਕੰਮ ਕੀਤਾ, ਅਸੀਂ ਨਾਲ ਹੈ ਜੀ, ਤੁਸੀਂ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ, ਕਹਿੰਦੇ ਅਸੀਂ ਨਾਲ ਹੈ, ਬਹੁਤ ਅੱਛਾ ਵਰਕ ਕੀਤਾ। ਕੁੜੀਆਂ ਲਈ ਕੀ ਏਜੰਡਾ ਹੈ ਕਾਂਗਰਸ ਦੇ ਕੋਲ? ਔਰਤਾਂ ਲਈ ਮੈਂ ਤੁਹਾਨੂੰ ਕਿਹਾ ਕਿ 50%, ਮੈਂ ਖਾਸ ਤੌਰ ਤੇ ਇਹ ਪ੍ਰੋਗਰਾਮ ਕਰ ਰਹੀ ਹਾਂ ਕਿ 50% ਵੋਟਰ ਹਾਂ ਅਸੀਂ, ਸਾਡੀਆਂ ਪ੍ਰੋਬਲਮਸ ਬੜੀਆਂ ਡਿਫਰੈਂਟ ਨੇ। ਪੰਜਾਬ ਦੀਆਂ ਔਰਤਾਂ ਵੱਲ ਕਦੀ ਕਿਸੇ ਪਾਰਟੀ ਨੇ ਬਹੁਤਾ ਤਵੱਜੋ ਹੀ ਨਹੀਂ ਦਿੱਤਾ ਹੈਗਾ। ਫ੍ਰੀ ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਕੁਝ ਚਾਹੀਦਾ, ਬਟ ਕੀ ਏਜੰਡਾ ਹੈ ਕਾਂਗਰਸ ਪਾਰਟੀ? ਮੈਂ ਨਾ ਪਹਿਲਾਂ ਵੀ ਸਾਡੇ ਜਿਹੜੇ ਮੈਡਮ ਨੇ ਮਿਨਿਸਟਰ ਸਾਹਿਬ ਅਰੁਣਾ ਚੌਧਰੀ ਜੀ, ਉਹਨਾਂ ਨਾਲ ਡਿਸਕਸ਼ਨ ਹੋਈ ਸੀ ਕਿ ਅਸੀਂ ਇੱਕ ਵੂਮਨ ਸਟੱਡੀ ਦਾ ਜਿਹੜਾ ਸਬਜੈਕਟ ਹੈ ਨਾ, ਉਹ ਕੰਪਲਸਰੀ ਕਰੀਏ ਆਪਾਂ ਸਕੂਲਾਂ ਦੇ ਵਿੱਚ, ਜਿਵੇਂ ਅਸੀਂ এনवायरमेंट ਲਾਅ ਕੀਤਾ ਹੋਇਆ। ਕਿਉਂਕਿ ਵੂਮਨ ਸਟੱਡੀ ਦੇ ਥਰੂ ਹੀ ਤਾਂ ਜਿਹੜੀਆਂ ਸਾਡੀਆਂ MCs ਨੇ, ਜਿਹੜੀਆਂ ਪਿੰਡਾਂ ਦੇ ਵਿੱਚ ਪੰਚ ਨੇ, ਸਰਪੰਚ ਨੇ, ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡੇ ਕੀ ਰਾਈਟਸ ਨੇ, ਸਾਡੇ ਕੀ ਅਧਿਕਾਰ ਨੇ। ਜਦੋਂ ਸਾਨੂੰ ਪਤਾ ਹੀ ਨਹੀਂ ਸਾਡੇ ਰਾਈਟਸ ਕੀ, ਅਸੀਂ ਉਹਨਾਂ ਦੀ ਕੀ ਸੁਰੱਖਿਆ ਕਰਾਂਗੇ। ਤਾਂ ਸਟੱਡੀ, ਐਜੂਕੇਸ਼ਨ ਮਸਟ ਹੈ, ਇਹ ਜ਼ਰੂਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਤੁਹਾਨੂੰ ਨੌਲੇਜ ਹੀ ਨਹੀਂ ਹੈ। ਤਾਂ ਵੂਮਨ ਸਟੱਡੀ ਲਈ ਮੈਂ ਚਾਹੁੰਦੀ ਹਾਂ ਕਿ ਮੈਂ ਦੁਬਾਰਾ, ਕਿਉਂਕਿ ਗਵਰਨਮੈਂਟ ਹੀ ਹੁਣ ਚੋਣਾਂ ਆ ਗਈਆਂ, ਚੋਣ ਜਾਬਤਾ ਲੱਗ ਗਿਆ, ਸਾਡੀ ਹੁਣੇ ਪਿੱਛੇ ਜੇ ਡਿਸਕਸ਼ਨ ਹੋਈ ਸੀ, ਤਾਂ ਰੱਬ ਕਰੇ ਹੁਣ ਦੁਬਾਰਾ ਸਰਕਾਰ ਆਊਗੀ ਤਾਂ ਫਿਰ ਕਵਾਂਗੇ ਅਰੁਣਾ ਚੌਧਰੀ ਜੀ ਨੂੰ, ਸਾਡੇ ਉਹ ਵੀ ਮਿਨਿਸਟਰ ਸਾਹਿਬ ਬਣਨ ਦੁਬਾਰਾ, ਤੇ ਉਹਨਾਂ ਨੂੰ ਕਵਾਂਗੇ ਕਿ ਕਿਉਂ ਨਹੀਂ ਆਪਾਂ ਇਹ ਵਿਸ਼ਾ ਹੀ ਲਾਜ਼ਮੀ ਕਰ ਦਈਏ। ਦੇਖੋ ਔਰਤਾਂ ਨੂੰ ਆਪਾਂ ਦੇਣਾ ਚਾਹੁੰਦੇ ਆ, ਆਪਾਂ ਇਹ ਵੀ ਇਸ਼ੂ ਚੱਕਾਂਗੇ ਕਿ ਘੱਟੋ ਘੱਟ 50% ਕੋਟਾ ਤਾਂ ਹੋਵੇ, ਪਰ ਉਸ ਤੋਂ ਪਹਿਲਾਂ ਅਸੀਂ ਕੋਟਾ ਦੇ ਦਿੰਦੇ ਹਾਂ। ਹੁਣ ਬਹੁਤ ਅੱਛੀ ਗੱਲ ਕੀਤੀ ਹੈ ਕਾਂਗਰਸ ਨੇ, ਐਤਕੀ ਵਾਰੀ 50% MCs ਨੂੰ ਤੇ 50% ਜਿਹੜੀਆਂ ਪਿੰਡਾਂ 'ਚ ਸਾਡੀਆਂ ਸਰਪੰਚ ਲੇਡੀਜ਼ ਨੇ, ਉਹਨਾਂ ਨੂੰ ਟਿਕਟਾਂ ਮਿਲੀਆਂ ਐਤਕੀ ਵਾਰੀ। ਇਹ ਪਹਿਲੀ ਵਾਰੀ ਹੋਇਆ ਹਿਸਟਰੀ ਦੇ ਵਿੱਚ, ਪਹਿਲੀ ਵਾਰੀ ਹੋਇਆ ਕਿ ਕਾਂਗਰਸ ਨੇ 50% MCs 50% ਸਰਪੰਚਨੀਆਂ ਜਿਹੜੀਆਂ ਲੇਡੀਜ਼ ਸੀ, ਉਹਨਾਂ ਨੂੰ ਟਿਕਟਾਂ ਦਿੱਤੀਆਂ। ਪ੍ਰਿਯੰਕਾ ਜੀ ਇੱਕ ਨਾਰਾ ਦਿੰਦੇ ਨੇ ਕਿ ਲੜਕੀ ਹੂੰ ਲੜ ਸਕਤੀ ਹੂੰ UP ਦੇ ਵਿੱਚ, ਕਿਉਂਕਿ ਬੜਾ ਟਫ ਉੱਥੇ ਵੀ ਉਹਨਾਂ ਦੀ ਫਾਈਟ ਹੈ, ਪਰ ਉਹ 40% ਵਿਮਨ ਵਿਧਾਇਕਾਂ ਨੂੰ ਉੱਥੇ ਟਿਕਟਾਂ ਦਿੱਤੀਆਂ ਗਈਆਂ ਨੇ, ਔਰਤਾਂ ਨੂੰ। ਉਹ ਫਾਰਮੂਲਾ ਪੰਜਾਬ 'ਚ ਕਿਉਂ ਨਹੀਂ ਇੰਪਲੀਮੈਂਟ ਹੋਇਆ? ਦੇਖੋ ਵੈਸੇ ਤਾਂ ਬਹੁਤ ਸਾਰੀਆਂ ਲੇਡੀਜ਼ ਨੇ, ਹੁਣ ਆਪਣੇ ਬੁਢਲਾਡੇ ਵੀ ਹੈ, ਮੌੜ ਤੋਂ ਵੀ ਮੈਡਮ ਨੇ, ਮਹਿਲ ਕਲਾਂ ਤੋਂ ਨੇ, ਹੋਰ ਵੀ ਕਈ ਸਾਰੇ, ਅਰੁਣਾ ਚੌਧਰੀ ਜੀ ਹੈ, ਰਜੀਆ ਸੁਲਤਾਨਾ ਜੀ, ਕਈਆਂ ਨੂੰ ਟਿਕਟ ਦਿੱਤੀ ਹੈ। ਤਾਂ ਬੜਿਆਂ ਦੀਆਂ ਕੱਟੀਆਂ ਵੀ ਨੇ, ਬੜੀਆਂ ਕੁੜੀਆਂ ਦੀਆਂ, ਔਰਤਾਂ ਦੀਆਂ ਕੱਟੀਆਂ ਵੀ ਗਈਆਂ, ਜੈਂਟਸ ਨੇ ਵੀ ਕੱਟੀਆਂ ਨੇ, ਕਿਉਂਕਿ ਪਾਰਟੀ ਨੂੰ ਨਾ ਬਹੁਤ ਕੁਝ ਦੇਖਣਾ ਪੈਂਦਾ। ਇਹ ਤੁਹਾਡੀ ਗੱਲ ਅੱਛੀ ਹੈ ਕਿ ਲੇਡੀਜ਼ ਨੂੰ ਹੋਰ ਵੀ ਜ਼ਿਆਦਾ ਦੇਣੀਆਂ ਚਾਹੀਦੀਆਂ ਸੀ, ਮੈਂ ਇਸ ਗੱਲ ਨਾਲ ਸਹਿਮਤ ਹਾਂ, ਬਟ ਪਾਰਟੀ ਨੂੰ ਇਹ ਵੀ ਦੇਖਣਾ ਪੈਂਦਾ ਕਿ ਜੀ ਕਿੱਥੇ ਕਿੱਥੇ ਕਿਹੜਾ ਕੈਂਡੀਡੇਟ ਜਿੱਤ ਰਿਹਾ, ਕਿਉਂਕਿ ਉਹਨਾਂ ਨੇ ਗਵਰਨਮੈਂਟ ਵੀ ਬਣਾਉਣੀ ਹੁੰਦੀ ਹੈ। ਗਵਰਨਮੈਂਟ ਬਣਾ ਲਈਏ ਤਾਂ ਅੱਗੇ ਜੇ ਅਸੀਂ ਆਵਾਂਗੇ ਤਾਂ ਓਬਵੀਅਸਲੀ ਫਿਰ ਅਸੀਂ ਫਾਈਟ ਕਰਨ ਜੋਗੇ ਵੀ ਹੋ ਜਾਵਾਂਗੇ ਲੇਡੀਜ਼। ਹਾਂ, ਪਰ ਮੈਂ ਇਹ ਜਾਣਨਾ ਚਾਹੁੰਦੀ ਹਾਂ ਵੀ ਹਾਈਕਮਾਨ ਜਦੋਂ ਇੱਕ ਫਾਰਮੂਲਾ ਅਪਲਾਈ ਕਰਦੀ ਹੈ ਤੇ ਉਹ ਬਾਕੀ ਸਟੇਟਾਂ ਲਈ ਕਿਉਂ ਇੰਪਲੀਮੈਂਟਡ ਨਹੀਂ ਹੈ? ਨਹੀਂ, ਹੋਣਾ ਚਾਹੀਦਾ ਜੀ ਇੰਪਲੀਮੈਂਟ। ਇਹ ਅੱਛੀ ਗੱਲ, ਤੁਸੀਂ ਅੱਛਾ ਕੁਐਸਚਨ ਕੀਤਾ ਹੈ। ਅਗਰ ਅਸੀਂ UP ਦੇ ਵਿੱਚ ਕਰ ਰਹੇ ਹਾਂ ਤਾਂ ਵਾਈ ਨਾਟ ਪੰਜਾਬ ਦੀਆਂ ਔਰਤਾਂ ਤੇ ਜ਼ਿਆਦਾ ਰੈਵੋਲੂਸ਼ਨਰੀ ਨੇ, ਕ੍ਰਾਂਤੀਕਾਰੀ ਨੇ, ਦੇਸ਼ ਭਗਤੀ ਦੇ ਵਿੱਚ ਸਭ ਤੋਂ ਅੱਗੇ ਰਹੀਆਂ। ਸਾਡੇ ਤਾਂ ਪਿੰਡਾਂ ਦੇ ਵਿੱਚ ਵੀ ਲੇਡੀਜ਼ ਬਹੁਤ ਤੇਜ਼ ਨੇ ਔਰ ਅੱਗੇ ਆਉਂਦੀਆਂ, ਰਾਜਨੀਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ। ਹੁਣ ਮੈਂ ਪਿੰਡਾਂ ਦੇ ਵਿੱਚ ਜਾਂਦੀ ਹਾਂ ਤਾਂ ਕਿਉਂ ਨਹੀਂ, ਔਰ ਇੰਟਰਸਟਡ ਨੇ, ਜ਼ਿਆਦਾ ਕਹਦੀ ਉਹਨਾਂ ਨੂੰ ਇੰਟਰਸਟ ਨਹੀਂ ਹੈ, ਇੰਟਰਸਟਡ ਨੇ ਤਾਂ ਠੀਕ ਹੈ, ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਔਰ ਇਹ ਗੱਲ ਵੀ ਆਪਾਂ ਹਾਈ ਕਮਾਂਡ ਕੋਲੇ ਰੱਖਾਂਗੇ ਕਿ ਚਲੋ ਜੋ ਹੁਣ ਤਾਂ ਹੋ ਗਿਆ, ਕਿਉਂਕਿ ਆਪਾਂ ਦੇਖਣਾ ਸੀ ਕਿ ਕਿੱਥੇ ਕਿੱਥੇ ਕਿਹੜਾ ਬੰਦਾ ਜਿੱਤ ਸਕਦਾ ਹੈ, ਉਸ ਅਕੋਰਡਿੰਗ ਅਸੀਂ ਦੇਣੀ ਹੈ। ਪਰ ਨੈਕਸਟ ਟਾਈਮ
ਵੀ ਆਪਾਂ ਲੇਡੀਜ਼ ਨੂੰ ਵੱਧ ਤੋਂ ਵੱਧ ਹੋਰ ਵੀ ਆਪਾਂ ਟਿਕਟਾਂ ਦੇਈਏ। ਬਠਿੰਡੇ ਦੀ ਧੀ ਦਾ ਨਾਰਾ ਦਿੱਤਾ ਸੀ ਰੂਬੀ ਨੇ ਕਿ ਮੈਂ ਬਠਿੰਡੇ ਦੀ ਧੀ ਹਾਂ। ਕਿ ਉਹ ਬਠਿੰਡੇ ਦੀ ਧੀ ਮਲੋਟ ਦੇ ਮਲੋਟ ਦੀ ਧੀ ਬਣ ਕੇ ਲੋਕਾਂ ਦਾ ਦਿਲ ਜਿੱਤੇ? ਦੇਖੋ ਜੀ, ਮੈਂ ਐਦਾਂ ਨਹੀਂ ਕਹੂੰਗੀ ਕਿ ਮੈਂ ਇਕੱਲੇ ਬਠਿੰਡੇ ਦੀ ਧੀ ਹਾਂ ਜਾਂ ਮਲੋਟ ਦੀ ਧੀ ਹਾਂ। ਜਦੋਂ ਮੈਂ ਵਿਧਾਇਕ ਬਣੀ ਸੀ ਨਾ ਜੀ, MLA ਬਣੀ ਸੀ, ਤਾਂ ਪੰਜਾਬ ਦੇ ਵਿੱਚ ਇੱਕੋ ਇੱਕ MLA ਸੀ ਜਿਨ੍ਹਾਂ ਨੂੰ ਪੁਣੇ ਮਹਾਰਾਸ਼ਟਰ MIT ਯੂਨੀਵਰਸਿਟੀ ਨੇ ਬੁਲਾਇਆ ਸੀ। ਆਦਰਸ਼ ਯੁਵਾ ਵਿਧਾਇਕ ਪੁਰਸਕਾਰ ਮੈਨੂੰ ਮਿਲਿਆ ਸੀਗਾ ਤੇ ਮੈਂ ਆਪਦੇ ਆਪ ਨੂੰ ਬਹੁਤ ਹੀ ਲੱਕੀ ਸਮਝਦੀ ਹਾਂ ਕਿ ਪੰਜਾਬ ਦੇ ਵਿੱਚ ਇੱਕੋ ਹੀ MLA ਨੂੰ ਬੁਲਾਇਆ ਗਿਆ ਸੀ। ਤਾਂ ਮੈਂ ਨਾ ਸਿਰਫ ਮਲੋਟ ਦੀ, ਨਾ ਸਿਰਫ ਬਠਿੰਡੇ ਦੀ, ਮੈਂ ਤਾਂ ਪੂਰੇ ਪੰਜਾਬ ਦੀ, ਕਿ ਮੈਂ ਤਾਂ ਸਾਰੇ ਭਾਰਤ ਦੇਸ਼ ਦੀ ਧੀ ਹਾਂ ਤੇ ਮੈਂ ਪੂਰੇ ਭਾਰਤ ਦੇਸ਼ ਲਈ ਕੰਮ ਕਰਨਾ ਚਾਹੁੰਦੀ ਹਾਂ। ਜਿਹੜੇ ਕਹਿੰਦੇ ਨਾ ਜੀ ਪਹਿਲਾਂ ਬਠਿੰਡੇ ਦੀ ਸੀ, ਹੁਣ ਮੈਂ ਤਾਂ ਸਾਰਿਆਂ ਦੀ ਹਾਂ, ਮੈਂ ਤਾਂ ਸਾਰੇ ਪੰਜਾਬ ਦੀ ਧੀ ਹਾਂ ਔਰ ਮੈਂ ਪੂਰੇ ਪੰਜਾਬ ਸੂਬੇ ਲਈ ਵਰਕ ਕਰਨਾ ਚਾਹੁੰਦੀ ਹਾਂ। ਨਾ ਸਿਰਫ ਪੰਜਾਬ ਸੂਬਾ ਬਲਕਿ ਪੂਰੇ ਭਾਰਤ ਦੇਸ਼ ਲਈ ਕੰਮ ਕਰਨਾ ਚਾਹੁੰਦੀ ਹਾਂ। ਇਸ ਵੇਲੇ ਮਸਲਾ ਮਲੋਟ ਦਾ ਹੈ। ਹਾਂਜੀ, ਨਹੀਂ ਮਲੋਟ ਤਾਂ ਚਲੋ ਆਪਾਂ ਵਰਕ ਕਰਨਾ ਹੀ ਹੈ ਜੀ, ਉਹ ਤਾਂ ਕਰਨਾ ਹੀ ਕਰਨਾ। ਚਲੋ, ਮੈਂ ਪੂਰੀ ਉਮੀਦ ਕਰਦੀ ਹਾਂ ਕਿ ਜਿੰਨਾ ਜੋਸ਼ ਤੇ ਜਿੰਨਾ ਤੁਸੀਂ ਜਜ਼ਬੇ ਨਾਲ ਲੱਗੇ ਹੋਏ ਹੋ, ਮਲੋਟ ਦੇ ਲੋਕ ਵੀ ਤੁਹਾਨੂੰ ਬਠਿੰਡਾ ਵਾਂਗੂ ਬੇਹੱਦ ਪਿਆਰ ਕਰਨ ਤੇ ਤੁਸੀਂ ਸਰਕਾਰ ਬਣਾ ਕੇ ਕਿਸੇ ਚੰਗੇ ਅਹੁਦੇ ਤੇ ਔਰਤਾਂ ਦੀ ਨੁਮਾਇੰਦਗੀ ਕਰਦੇ ਹੋਏ ਦਿਖੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਇਹ ਸੀ ਮੇਰੇ ਨਾਲ ਰੁਪਿੰਦਰ ਰੂਬੀ, ਪੇਸ਼ੇ ਤੋਂ ਵਕੀਲ ਨੇ ਔਰ ਜੋਸ਼ ਨਾਲ ਭਰੀਆਂ ਹੋਈਆਂ ਇਹ ਕੁੜੀਆਂ ਨਵੇਂ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੀਆਂ ਨੇ। ਸੋ ਨਵੀਂ ਉਮੀਦ ਦੇ ਨਾਲ, ਨਵੀਂ ਸੋਚ ਦੇ ਨਾਲ ਰਾਜਨੀਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਵਧ ਰਹੀ ਹੈ। ਕਿਸੇ ਹੋਰ ਐਪੀਸੋਡ ਦੇ ਵਿੱਚ 101 ਵਿਦ ਸਤਿੰਦਰ ਸਤੀ। ਬਹੁਤ ਬਹੁਤ ਧੰਨਵਾਦ।